मित्र प्यारे हाल मुरीदा दा कहना। गुरु रामदास गुण गावो, गुर अर्जन बिघ्नन के नासक, बिघ्नन के नाशक। हर गोबिंद शुभ सुमत प्रकाशक, श्री हर राय नमो कर जोरी, नमो कर जोरी। श्री हर कृष्ण मनाए बहोरी, तेग बहादुर परम कृपाला जी, परम कृपाला। श्री गुरु गोबिंद सिंह बेसाला, तरो तरा पर पुन पुन सीसा जी, पुन पुन सीसा। बंदा बार बार जगदीसा, एक ओंकार सतगुरु तिह प्रसाद सच होए। वाहिगुरु जी की फतेह है, विघ्न विनाशन सोए। वाहिगुरु जी की फतेह है, विघ्न विनाशन सोए। सतनाम श्री वाहिगुरु साहिब जी। आखन भीतर तिल को डर, सो लोगन निर्भय दिखावे। जो धन वानल निज सेवक, ताहि परोस प्रसाद जिमावे। जो तन हीनल कहते देत न मांगन, जात मुँहो न दिखावे। लूटत है बस लोगन को, कबहू न परमेश्वर के गुण गावे। वाहिगुरु जी का खालसा, वाहिगुरु जी की फतेह। जुग हो जुग अटल, चबर शतर तख्त के मालिक, दीन दुनिया के वाली। सतगुरु धन धन श्री गुरु ग्रंथ साहिब जी महाराज। गुरुदेव जी की पावन पवित्र हजूरी अंदर हाजरियां भर रही गुरु स्वरूप गुरु खालसा सत संगत जी। धन धन श्री गुरु गोबिंद सिंह साहिब सच्चे पातशाह महाराज जी ने 1699 की बैसाखी नूं श्री केसगढ़ साहब की पवित्र धरती ते खालसे पंथ की सिरजना की। गुरु नानक साहिब सच्चे पातशाह महाराज साहिब जी के चलाए हुए पावन पंथ नूं खालसे दे रूप अंदर संपूर्ण रूप दिता ते खंडे बाटे की पाहुल छका के सिंह सजाया। जिथे महाराज ने खालसे नूं बाहर की रहत बख्शिश की, 5 ककारां की रहत बख्शिश की, उथे नाल नाल महाराज ने सिख नूं पावन बाणी नितनेम की दात बख्शिश करके अंदर दी मन की रहत भी बख्शिश की और गुरबाणी के सिद्धांत के मुताबिक सिख नूं जीवन का उपदेश महाराज जी ने बख्शिया है। गुरबाणी का सिद्धांत गुरबाणी का आसरा उदों ही सिख नूं समझ विच आउंदा है जदों गुरु की बाणी की कथा विचार के नाल सिख जुड़ता है। गुरबाणी ही मनुख नूं रस्ता मार्ग दिखा सकती है। जैसे 10 जामे अंदर महाराज गुरबाणी द्वारा मनुखता की अगवाई करते रहे,
ਅਜੋਕੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਬਾਣੀ ਦੁਆਰਾ ਹਰ ਇੱਕ ਗੁਰਸਿੱਖ ਦੀ ਜੀਵ ਮਾਤਰ ਪ੍ਰਾਣੀ ਦੀ ਅਗਵਾਈ ਕਰਦੇ ਹਨ। ਸਤਿਗੁਰਾਂ ਦੀ ਕਿਰਪਾ ਸਦਕਾ ਇਸ ਪਾਵਨ ਸਥਾਨ ਵੱਲੋਂ 7 ਦਿਨਾਂ ਦਾ ਜੋ ਕਥਾ ਦਾ ਸਮਾਗਮ ਆਰੰਭ ਕੀਤਾ ਸੀ, ਅੱਜ 7ਵੇਂ ਦਿਨ ਦਾ ਇਹ ਸਮਾਗਮ ਹੈ। ਜਿਨ੍ਹਾਂ ਸਮਾਗਮਾਂ ਵਿੱਚ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਬਾਣੀ 33 ਸਵਈਆਂ ਦੀ ਵਿਚਾਰ ਸਰਵਣ ਕੀਤੀ ਹੈ। ਸੋ ਕੁਝ ਸਵਈਏ ਵਿਸ਼ੇਸ਼ ਨੇ ਜਿਨ੍ਹਾਂ ਦੀ ਆਪਾਂ ਹੁਣ ਵਿਚਾਰ ਸਰਵਣ ਕਰਾਂਗੇ। ਆਓ ਸਾਰੀਆਂ ਸੰਗਤਾਂ ਕਰੋ ਕਿਰਪਾਲਤਾ, ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਪ੍ਰੇਮ ਸਹਿਤ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਖਨ ਪੀਤਰ ਤੇਰੇ ਕੋ ਡਰ, ਸੋ ਲੋਗਨ ਨੀਰ ਬਹਾਏ ਦਿਖਾਵੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਪਾਵਨ ਸਵਈਏ ਅੰਦਰ ਪਖੰਡੀ ਲੋਕਾਂ ਦਾ ਖੰਡਨ ਕਰ ਰਹੇ ਨੇ। ਕੁਝ ਲੋਕ ਜਗਤ ਵਿੱਚ ਸਾਨੂੰ ਬੈਰਾਗੀ ਮਿਲਦੇ ਨੇ, ਜਿਨ੍ਹਾਂ ਦੇ ਨੇਤਰਾਂ ਵਿੱਚੋਂ ਪਾਣੀ ਜਲ ਵਹਿੰਦਾ ਰਹਿੰਦਾ। ਸਰੋਂ ਦਾ ਤੇਲ ਲੈ ਕੇ ਅੱਖਾਂ ਦੇ ਵਿੱਚ ਪਾ ਲਓ ਤੇ ਹਰ ਵਕਤ ਅੱਖਾਂ ਵਿੱਚੋਂ ਪਾਣੀ ਨਿਕਲੇਗਾ। ਇੱਦਾਂ ਲੱਗੇਗਾ ਵੀ ਜਿਵੇਂ ਬੜਾ ਬੈਰਾਗੀ ਹੈ। ਜਿਵੇਂ ਆ ਨਾਟਕ ਕਰਨ ਵਾਲੇ ਹੁੰਦੇ ਨਾ, ਨਾਟਕਾਂ ਵਿੱਚ ਅਥਰੂ ਕਿਵੇਂ ਸੱਟਦੇ ਨੇ। ਜਿਹੜੀ ਗ੍ਰੈਸਲੀਨ ਹੁੰਦੀ ਹੈ ਉਹ ਅੱਖਾਂ ਦੀਆਂ ਪਲਕਾਂ ਤੇ ਲਾ ਲਓ, ਆਪਣੇ ਆਪ ਹੀ ਪਾਣੀ ਅੱਖਾਂ ਵਿੱਚੋਂ ਨਿਕਲਣ ਲੱਗ ਪੈਂਦਾ ਹੈ। ਆਂਖਨ ਭੀਤਰ ਤੇਲ ਕੋ ਡਾਰਕ, ਅੱਖਾਂ ਦੇ ਵਿੱਚ ਤੇਲ ਪਾ ਕੇ ਲੋਗਨ ਨੀਰ ਵਹਾਏ ਦਿਖਾਵੇ। ਲੋਕਾਂ ਨੂੰ ਅੱਖਾਂ ਦੁਆਰਾ ਪਾਣੀ ਵਹਾ ਕੇ ਵਿਖਾਉਂਦਾ ਹੈ ਕਿ ਮੇਰੇ ਤੋਂ ਵੱਡਾ ਬੈਰਾਗੀ ਕੋਈ ਨਹੀਂ ਹੈ। ਜੋ ਤਨ ਮਨ ਲਖੈ ਨਿਜ ਸੇਵਕ, ਤਾਰੀ ਪਰੋਸ ਪ੍ਰਸਾਦ ਜੇ ਮਾਵੇ। ਫਿਰ ਜਿਹੜਾ ਸੇਵਕ ਆਪਣਾ ਧਨਵਾਨ ਜਾਣਦਾ ਨਾ, ਜਦੋਂ ਪਤਾ ਲੱਗ ਜਾਏ ਵੀ ਮੇਰਾ ਸੇਵਕ ਬੜਾ ਮਾਇਆਧਾਰੀ ਅਮੀਰ ਹੈ, ਤਾਹੀ ਪਰੋਸ ਪ੍ਰਸਾਦ ਜੇ ਮਾਵੇ। ਉਹਨੂੰ ਆਪ ਆਪਣੇ ਹੱਥਾਂ ਦੇ ਨਾਲ ਪ੍ਰਸ਼ਾਦਾ ਛਕਾਉਂਦਾ, ਪ੍ਰੇਮ ਦੇ ਨਾਲ, ਵੀ ਕਿਤੇ ਰੋਸੀ ਨਾ ਜਾਏ। ਜਦੋਂ ਕਿਸੇ ਡੁਪਲੀਕੇਟ ਕਹਿ ਲਓ, ਨਕਲੀ ਕਹਿ ਲਓ, ਸਾਧੂ ਦੇ ਕੋਲ ਚਲੇ ਜਾਈਏ ਨਾ, ਉਹਦੇ ਚੇਲੇ ਕਹਿਣਗੇ ਵੀ ਬਾਬਾ ਜੀ ਅੰਦਰ ਚੌਂਕੜਾ ਲਾ ਕੇ ਬੈਠੇ ਨੇ। ਕਈ ਵਾਰੀ ਹੋਇਆ ਸਾਡੇ ਨਾਲ, ਤੇ ਬਾਬਾ ਜੀ ਪਿਛਲੀ ਕੁੰਡੀ ਦੁਆਰਾ ਜਿਹੜੇ ਵੱਡੇ ਵੱਡੇ ਮਾਇਆ ਧਾਰੀ ਹੁੰਦੇ ਉਹਨਾਂ ਨੂੰ ਦਰਸ਼ਨ ਦੇ ਕੇ ਤੇ ਅੰਦਰ ਖੀਰ ਪੂੜੇ ਛਕਾਉਂਦੇ ਹੁੰਦੇ। ਤੇ ਸੰਗਤਾਂ ਬਾਹਰ ਧੁੱਪ 'ਚ ਬੈਠੀਆਂ ਹੁੰਦੀਆਂ ਵੀ ਬਾਬਾ ਜੀ ਦੇ ਦਰਸ਼ਨ ਕਰਨੇ, ਚੇਲੇ ਝੂਠੀ ਮਾਰੀ ਜਾਂਦੇ ਨੇ ਵੀ ਬਾਬਾ ਜੀ ਸਮਾਧੀ ਲਾ ਕੇ ਬੈਠੇ ਨੇ, ਬਾਬਾ ਜੀ ਤਾਂ ਅੰਦਰ ਜਿਹੜੇ ਧਨਵਾਨ ਹੁੰਦੇ ਉਹਨਾਂ ਦੀ ਸੇਵਾ 'ਚ ਲੱਗੇ ਹੁੰਦੇ ਨੇ, ਵੀ ਕਿਤੇ ਧਨ 'ਚ ਘਾਟਾ ਨਾ ਪੈ ਜਾਏ। ਸਤਿਗੁਰੂ ਕਲਗੀਧਰ ਜੀ ਆਪ ਕਹਿ ਰਹੇ ਨੇ ਵੀ ਇਹ ਲੋਕ ਜਿਹੜੇ ਅਮੀਰ ਇਹਨਾਂ ਦੇ ਸੇਵਕ ਹੁੰਦੇ ਨੇ, ਉਹਨਾਂ ਅਮੀਰ ਸੇਵਕਾਂ ਨੂੰ ਆਪਣੇ ਹੱਥੀਂ ਪ੍ਰਸ਼ਾਦਾ ਛਕਾਉਂਦੇ, ਭੋਜਨ ਛਕਾਉਂਦੇ ਹਨ। ਜੋ ਤਨ ਹੀਨ ਲਖੈ ਤੇ ਦੇਤ ਨਾ ਮੰਗਨ, ਜਤ ਮੁਖੋਂ ਨਾ ਦਿਖਾਵੇ। ਤੇ ਜਿਹਨੂੰ ਧਨਹੀਣਾ ਜਾਣਦੇ ਨੇ, ਜਿਹੜਾ ਸੇਵਕ ਜਾਣ ਲਿਆ ਵੀ ਜਿਹਦੇ ਕੋਲ ਮਾਇਆ ਨਾ ਹੋਵੇ, ਤੇ ਉਹਦੇ ਤੋਂ ਫਿਰ ਦੂਰ ਭੱਜ ਜਾਂਦੇ ਨੇ। ਸੋਚਦੇ ਵੀ ਕਿਤੇ ਕੁਝ ਮੰਗ ਹੀ ਨਾ ਲੈ, ਕੁਝ ਦੇਣਾ ਹੀ ਨਾ ਪੈ ਜਾਏ। ਮੁਖੋਂ ਨਾ ਦਿਖਾਵੇ, ਉਹਨਾਂ ਨੂੰ ਆਪਣਾ ਮੂੰਹ ਤੱਕ ਨਹੀਂ ਦਿਖਾਉਂਦੇ। ਅਮੀਰਾਂ ਦੇ ਘਰ ਵਿੱਚ ਤਾਂ ਦੌੜ ਕੇ ਜਾਂਦੇ ਨੇ, ਪਰ ਗਰੀਬਾਂ ਨੂੰ ਮੁਖ ਤੱਕ ਨਹੀਂ ਲਾਉਂਦੇ। ਪਰ ਬਲਿਹਾਰ ਜਾਈਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੋਂ, ਜਿਹੜੇ ਸਭ ਤੋਂ ਪਹਿਲਾਂ ਉਦਾਸੀ ਕਰਨ ਵੇਲੇ ਭਾਈ ਲਾਲੋ ਦੇ ਘਰ ਵਿੱਚ ਗਏ। ਭਾਈ ਮਰਦਾਨਾ ਜੀ ਕਹਿੰਦੇ, ਭਾਈ ਲਾਲੋ ਤੈਨੂੰ ਗੁਰੂ ਸਾਹਿਬ ਯਾਦ ਕਰਦੇ ਨੇ। ਭਾਈ ਲਾਲੋ ਨੇ ਜਦੋਂ ਦੀਦਾਰ ਕੀਤੇ ਨਾ, ਮਹਾਰਾਜ ਮੈਂ ਤੁਹਾਨੂੰ ਜਾਣਦਾ ਨਹੀਂ, ਕਦੇ ਮਿਲਿਆ ਨਹੀਂ। ਭਾਈ ਮਰਦਾਨਾ ਜੀ ਕਹਿੰਦੇ, ਭਾਈ ਲਾਲੋ ਤੂੰ ਨਹੀਂ ਜਾਣਦਾ, ਇਹ ਤੈਨੂੰ ਤਾਂ ਕਈ ਜਨਮਾਂ ਤੋਂ ਜਾਣਦੇ ਨੇ।
ਕਈ ਜਨਮਾਂ ਤੋਂ, ਭਾਵੇਂ ਤੈਨੂੰ ਨਹੀਂ ਜਾਣਕਾਰੀ, ਇਹਨਾਂ ਨੂੰ ਜ਼ਰੂਰ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਗਰੀਬ ਸਿੱਖਾਂ ਦੇ ਘਰ ਦੇ ਵਿੱਚ ਗਏ, ਗਰੀਬ ਪਰਿਵਾਰ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਫਿਰ ਆਪਣੀਆਂ ਵਾਰਾਂ ਵਿੱਚ ਲਿਖਦੇ ਨੇ, ਭਾਈ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਭਗਵਾਨ ਕ੍ਰਿਸ਼ਨ ਦੁਰਯੋਧਨ ਦੇ ਕੋਲ ਚੱਲ ਕੇ ਆਏ ਨਾ, ਤੇ ਦੁਰਯੋਧਨ ਹੰਕਾਰੀ ਸੀ ਤੇ ਉਹਨੇ ਮਨ ਵਿੱਚ ਸੋਚਿਆ ਵੀ ਮੈਂ ਰਾਜਾ ਹਾਂ ਤੇ ਜੇ ਭਗਵਾਨ ਜੀ ਆਏ ਤੇ ਉੱਠ ਕੇ ਸਤਿਕਾਰ ਕਰਨਾ ਪੈਣਾ, ਤੇ ਉੱਠ ਕੇ ਨਾ ਘੋੜਿਆਂ ਦੇ ਤਬੇਲੇ 'ਚ ਲੰਘ ਗਿਆ। ਸੋਚਿਆ ਵੀ ਮੈਂ ਵੀ ਖੜਾ ਹੋਵਾਂਗਾ ਤੇ ਉਹ ਵੀ ਖੜੇ ਹੋਣਗੇ। ਤੇ ਸ੍ਰੀ ਕ੍ਰਿਸ਼ਨ ਫਿਰ ਉਹਦੇ ਘਰ ਨਹੀਂ ਗਏ, ਉਹ ਆਪਣੇ ਸੇਵਕ ਦੇ ਘਰ ਦੇ ਵਿੱਚ ਚਲੇ ਗਏ, ਬਿੰਦਰ ਦੇ ਘਰ ਦੇ ਵਿੱਚ। ਉਹਦੇ ਘਰ ਵਿੱਚ ਰਹਿ ਕੇ ਰਾਤ ਗੁਜ਼ਾਰੀ। ਆਇਆ ਸੁਣਿਆ ਬਿੰਦਰ ਦਾ ਬੋਲੇ ਦੁਰਯੋਧਨ ਹੋਏ ਰੁੱਖਾ। ਭਾਈ ਗੁਰਦਾਸ ਜੀ ਜਦੋਂ ਸੁਣਿਆ ਨਾ ਵੀ ਬਿੰਦਰ ਦੇ ਘਰ ਵਿੱਚ ਚਲੇ ਗਏ, ਤੇ ਅਗਲੇ ਦਿਨ ਦੁਰਯੋਧਨ ਕਹਿੰਦੇ ਰੁੱਖਾ ਹੋ ਕੇ ਬੋਲਣ ਲੱਗਾ, ਭਗਵਾਨ ਜੀ ਮੇਰੇ ਮਹਿਲ ਛੱਡ ਕੇ, ਮੇਰੇ ਪਕਵਾਨ ਛੱਡ ਕੇ ਇੱਕ ਗਰੀਬ ਦੀ ਝੌਂਪੜੀ ਵਿੱਚ ਜਾ ਕੇ ਬੈਠੇ ਰਹੇ। ਮੇਰੀ ਸਭਾ ਵਿੱਚ ਭੀਸ਼ਮ ਪਿਤਾਮਾ ਵਰਗੇ, ਦਰੋਣਾ ਵਰਗੇ ਵੱਡੇ ਵੱਡੇ ਮਹਾਂਬਲੀ ਬੈਠੇ ਸਨ, ਤੁਸੀਂ ਇਹਨਾਂ ਨੂੰ ਛੱਡ ਦਿੱਤਾ। ਤੁਹਾਨੂੰ ਬੋਲੇ ਦੇ ਸੇਵਕ ਦੇ ਘਰ ਵਿੱਚੋਂ ਕੀ ਮਿਲਿਆ ਜਾ ਕੇ? ਹੱਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਨਮੁਖਾ। ਭਗਵਾਨ ਜੀ ਹੱਸ ਕੇ ਬੋਲੇ, ਰਾਜਨ ਸਾਹਮਣੇ ਹੋ ਕੇ ਸਨਮੁਖ ਹੋ ਕੇ ਸੁਣ, ਤੇਰਾ ਭਾਉ ਨਾ ਦਿਸੇ। ਮੈਨੂੰ ਤੇਰੇ ਅੰਦਰੋਂ ਪ੍ਰੇਮ ਨਹੀਂ ਦਿਸਦਾ, ਜਿਹੜਾ ਪ੍ਰੇਮ ਮੈਨੂੰ ਦੁਰਯੋਧਨ ਵਿੱਚੋਂ ਦਿਸਿਆ, ਜਿਹੜਾ ਪ੍ਰੇਮ ਮੈਨੂੰ ਬਿੰਦਰ ਵਿੱਚੋਂ ਦਿਸਿਆ, ਤੇਰੇ ਵਿੱਚੋਂ ਨਹੀਂ ਦਿਸਿਆ। ਮੈਨੂੰ ਤੇਰੇ ਰਾਜ ਭਾਗ, ਤੇਰੀਆਂ ਮਹਿਲ ਬਾੜੀਆਂ ਨਹੀਂ ਚੰਗੀਆਂ ਲੱਗਦੀਆਂ, ਮੈਨੂੰ ਆਪਣੇ ਪਿਆਰਿਆਂ ਦਾ ਭਾਵ ਪ੍ਰੇਮ ਚੰਗਾ ਲੱਗਦਾ ਹੈ। ਤਾਂ ਹੀ ਭਾਈ ਗੁਰਦਾਸ ਜੀ ਫਰਮਾਨ ਕਰਦੇ, ਗੋਬਿੰਦ ਭਾਉ ਭਗਤ ਦਾ ਭੁੱਖਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੈ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਖੀਰ ਸਮਾਨ ਸਾਗ ਮੈਂ ਖਾਇਆ, ਗੁਣ ਗਾਵਤ ਰਹਿਨ ਬਿਹਾਨੀ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਨ ਬਿਹਾਨੀ। ਕਬੀਰ ਕੋ ਠਾकुर ਅਨੰਦ ਵਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਭਗਤ ਕਬੀਰ ਜੀ ਦਾ ਇਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ। ਉੱਥੇ ਭਗਤ ਜੀ ਨੇ ਸਾਫ਼ ਲਿਖ ਦਿੱਤਾ ਕਿ ਭਗਵਾਨ ਕਹਿੰਦੇ, ਰਾਜਨ ਤੇਰੇ ਘਰ ਵਿੱਚ ਆਉਣਾ ਮੈਨੂੰ ਨਹੀਂ ਪਾਉਂਦਾ, ਜਿਹੋ ਜਿਹਾ ਭਾਵ ਮੈਨੂੰ ਬਿੰਦਰ ਵਿੱਚੋਂ ਦਿਸਿਆ, ਤੇਰੇ ਵਿੱਚੋਂ ਨਹੀਂ ਦਿਸਿਆ। ਉਹਦੇ ਘਰ ਦਾ ਪਾਣੀ ਵੀ ਮੈਨੂੰ ਅੰਮ੍ਰਿਤ ਲੱਗਿਆ, ਤੇ ਤੇਰੇ ਘਰ ਦਾ ਦੁੱਧ ਵੀ ਮੈਨੂੰ ਚੰਗਾ ਨਹੀਂ ਲੱਗਦਾ। ਇਸ ਕਰਕੇ ਜਿਹੜੇ ਇਹ ਪਖੰਡੀ ਲੋਕ ਹੁੰਦੇ ਨੇ ਨਾ, ਜਿਹੜੇ ਤਾਂ ਧਨਵਾਨ ਸੇਵਕ ਹੁੰਦੇ ਨੇ, ਉਹਨਾਂ ਧਨਵਾਨਾਂ ਨੂੰ ਘਰਾਂ ਵਿੱਚ ਬਿਠਾ ਬਿਠਾ ਕੇ ਉਹਨਾਂ ਦੀ ਸੇਵਾ ਕਰਦੇ ਨੇ, ਤੇ ਜਿਹੜੇ ਗਰੀਬ ਹੁੰਦੇ ਨੇ ਉਹਨਾਂ ਨੂੰ ਮੂੰਹ ਨਹੀਂ ਲਾਉਂਦੇ ਵੀ ਕੁਝ ਦੇਣਾ ਨਾ ਪੈ ਜਾਏ। ਇੱਕ ਛੋਟੀ ਜਿਹੀ ਬੇਨਤੀ ਕਰਾਂ, ਮੈਨੂੰ ਗੁਸਤਾਖੀ ਦੀ ਖਿਮਾ ਦੇ ਦਿਓ। ਕਈ ਵਾਰੀ ਮੇਰੀ ਕਹਿਣ ਦੀ ਆਦਤ ਹੈ, ਮੈਂ ਜ਼ਰੂਰ ਕਹਿਣਾ ਹੁੰਦਾ। ਕੁਝ ਸਥਾਨਾਂ ਦੇ ਵਿੱਚ ਕਰੀਬਨ ਮੈਨੂੰ ਵੀ ਵਿਚਰਦਿਆਂ ਗੁਰੂ ਸਾਹਿਬ ਦੀ ਕਿਰਪਾ ਨਾਲ 16-17 ਸਾਲ ਹੋ ਗਏ ਕਥਾ ਦੀ ਸੇਵਾ ਕਰਦਿਆਂ, ਤੇ ਅੱਜ ਤਾਈਂ ਮੈਂ ਧਾਰਮਿਕ ਸਥਾਨਾਂ ਤੇ ਇਹੀ ਵੇਖਿਆ ਵੀ ਸਤਿਕਾਰ ਕੇਵਲ ਉਹਨੂੰ ਦਿੱਤਾ ਜਾਂਦਾ ਜਿਹੜਾ ਧਨਵਾਨ ਹੁੰਦਾ ਹੈ, ਉਹਨੂੰ ਹੀ ਸਤਿਕਾਰ ਦਿੱਤਾ ਜਾਂਦਾ ਹੈ, ਦੂਜੇ ਨੂੰ ਕੋਈ ਨਹੀਂ ਪੁੱਛਦਾ। ਭਾਵੇਂ ਕੋਈ ਕਿੰਨਾ ਵੀ ਗੁਣੀ ਬੰਦਾ ਹੋਵੇ, ਕੋਈ ਕਿੰਨਾ ਵੀ ਸੇਵਾ ਕਰਨ ਵਾਲਾ, ਭਾਵ ਪ੍ਰੇਮ ਵਾਲਾ ਹੋਵੇ, ਮਾਣ ਉਸੇ ਨੂੰ ਹੀ ਦੇਣਗੇ ਜਿਹੜਾ ਧਨਵਾਨ ਹੋਵੇਗਾ, ਦੂਜੇ ਨੂੰ ਨਹੀਂ ਪੁੱਛਣਗੇ। ਅਸੀਂ ਵੀ ਉਹ ਬਿਰਤੀ ਧਾਰਨ ਕਰ ਲਈ ਜਿਹੜੀ ਬਿਰਤੀ ਮਸੰਦ ਰੱਖ ਕੇ ਬੈਠੇ ਸਨ। ਮਸੰਦਾਂ ਵਾਲੀ ਬਿਰਤੀ ਹੈ ਨਾ, ਮਸੰਦਾਂ ਨੂੰ ਹੀ ਮਹਾਰਾਜ ਇਹ ਗੱਲ ਕਹਿ ਰਹੇ ਨੇ ਵੀ ਅਮੀਰਾਂ ਨੂੰ ਤੁਸੀਂ ਉੱਥੇ ਪ੍ਰਸ਼ਾਦੇ ਛਕਾਉਂਦੇ ਹੋ, ਤੇ ਗਰੀਬ ਸਿੱਖ ਨੂੰ ਤੁਸੀਂ ਮੂੰਹ ਨਹੀਂ ਲਾਉਂਦੇ ਵੀ ਕਿਤੇ ਸਾਡੇ ਕੋਲੋਂ ਕੁਝ ਆ ਕੇ ਨਾ ਮੰਗ ਲਵੇ। ਲੁਟਤ ਹੈ ਪਸ ਲੋਗਨ ਕੋ ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੇ। ਸਤਿਗੁਰੂ ਕਹਿੰਦੇ, ਹੈ ਪਸ਼ੂ ਤੂੰ ਲੋਕਾਂ ਨੂੰ ਲੁੱਟ ਰਹੇ ਹੈ,
ਕਦੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਨਹੀਂ ਕੀਤਾ। ਆਖਣ ਮੀਜੇ ਰਹਿ ਬਕ ਕੀਜੇ ਮਲੋਗਨ ਏਕ ਪ੍ਰਪੰਚ ਦਿਖਾਇਓ। ਅੱਖਾਂ ਬੰਦ ਕਰਕੇ ਨਾ ਜਿਵੇਂ ਬਗਲਾ ਬੈਠਾ ਹੁੰਦਾ ਹੈ, ਬਗਲੇ ਦੇ ਵਾਂਗੂ ਅੱਖਾਂ ਬੰਦ ਕਰਕੇ ਲੋਕਾਂ ਨੂੰ ਪਖੰਡ ਕਰ ਕਰਕੇ ਵਿਖਾਉਂਦਾ ਹੈ ਕਿ ਮੇਰੇ ਤੋਂ ਵੱਡਾ ਕੋਈ ਸਾਧੂ, ਕੋਈ ਬ੍ਰਹਮ ਗਿਆਨੀ ਨਹੀਂ ਹੈ। ਨਿਆਤ ਫਿਰਿਓ ਸਿਰ ਬੱਧਕ ਜਿਉ ਅਸ ਧਿਆਨ ਬੇਲੋਕ ਬੇੜਾਲ ਲਜਾਇਓ। ਸਤਿਗੁਰੂ ਕਹਿੰਦੇ ਸਿਰ ਵੀ ਐਵੇਂ ਨਿਆਉਂਦਾ ਫਿਰਦਾ ਹੈ, ਸਿਰ ਵੀ ਐਵੇਂ ਨੀਵਾਂ ਕਰਦਾ ਹੈ ਜਿਵੇਂ ਸ਼ਿਕਾਰੀ ਸਿਰ ਨੀਵਾਂ ਕਰਦਾ ਹੈ। ਸ਼ਿਕਾਰੀ ਨੇ ਜਦੋਂ ਨਿਸ਼ਾਨਾ ਬੰਨਣਾ ਹੁੰਦਾ ਨਾ, ਝੁਕ ਕੇ ਨਿਸ਼ਾਨਾ ਬੰਨਦਾ। ਮਹਾਰਾਜ ਕਹਿੰਦੇ ਇਹੋ ਜਿਹੇ ਸਿਰ ਨਿਵਾਉਣ ਦਾ ਫਾਇਦਾ ਕੀ ਹੈ? ਇਹੋ ਜਿਹੀ ਨਿਮਰਤਾ ਦਾ ਫਾਇਦਾ ਕੀ ਹੈ? ਜਿਹੜੀ ਨਿਮਰਤਾ ਸ਼ਿਕਾਰੀ ਵਾਲੀ ਹੋਵੇ। ਇੱਥੇ ਜਿਹੜਾ ਸਿਰ ਨਿਵਾਉਣ ਦਾ ਜ਼ਿਕਰ ਆ ਰਿਹਾ ਨਾ, ਵੀ ਲੋਕਾਂ ਦੇ ਵਿੱਚ ਬਹਿ ਕੇ ਸਿਰ ਨਿਵਾਉਂਦਾ। ਲੋਕ ਕਹਿੰਦੇ ਜੀ ਬੜੀ ਨਿਮਰਤਾ ਹੈ, ਪਰ ਸਤਿਗੁਰੂ ਕਹਿੰਦੇ ਨਿਮਰਤਾ ਤਾਂ ਸ਼ਿਕਾਰੀ ਵਾਲੀ ਹੈ ਤੇਰੀ। ਮਸਕੀਨ ਜੀ ਇੱਕ ਗੱਲ ਸੁਣਾਉਂਦੇ ਸਨ, ਕਹਿੰਦੇ ਮੈਂ ਦਿੱਲੀ ਬੰਗਲਾ ਸਾਹਿਬ ਦਾ ਸ਼ਾਇਦ ਜ਼ਿਕਰ ਕਰਦੇ ਸਨ, ਵੀ ਕਹਿੰਦੇ ਕਥਾ ਕਰਕੇ ਜਦੋਂ ਮੈਂ ਬਾਹਰ ਨਿਕਲਿਆ ਤੇ ਇੱਕ ਮੈਨੂੰ ਪ੍ਰੇਮੀ ਟੱਕਰਿਆ, ਮੈਂ ਜੀ ਤੁਹਾਡੇ ਚਰਨਾਂ ਦੀ ਤੋੜ ਆ। ਕਹਿੰਦੇ ਜੀ ਮੈਂ ਪਹਿਲੇ ਦਿਨ ਸੁਣ ਲਿਆ। ਕਹਿੰਦੇ ਅਗਲੇ ਦਿਨ ਫਿਰ ਉੱਥੇ ਹੀ ਟੱਕਰ ਪਿਆ ਮੈਨੂੰ, ਫਿਰ ਕਹਿਣ ਲੱਗਾ ਜੀ ਮੈਂ ਤਾਂ ਤੁਹਾਡੇ ਚਰਨਾਂ ਦੀ ਖਾਕ ਆ ਮਹਾਰਾਜ, ਤੁਹਾਡੇ ਚਰਨਾਂ ਦੀ ਤੋੜ ਆ। ਕਹਿੰਦੇ ਦੂਜੇ ਦਿਨ ਵੀ ਮੈਂ ਸੁਣ ਲਿਆ। ਜਦੋਂ ਤੀਜੇ ਦਿਨ ਟੱਕਰਿਆ ਨਾ, ਜਦੋਂ ਆਖਿਆ ਵੀ ਤੁਹਾਡੇ ਚਰਨਾਂ ਦੀ ਖਾਕ ਆ, ਕਹਿੰਦੇ ਮੈਂ ਕਹਿ ਦਿੱਤਾ ਵੀ ਤੂੰ ਖਾਕ ਤੋਂ ਬਿਨਾਂ ਹੈ ਵੀ ਕੀ ਹੈ। ਇੰਨੇ ਨਾਲ ਹੀ ਭੜਕ ਪਿਆ ਵੀ ਤੁਸੀਂ ਮੈਨੂੰ ਇੰਨੀ ਗੱਲ ਕਿਵੇਂ ਕਹਿ ਦਿੱਤੀ। ਉਹ ਆਖਣ ਲੱਗੇ ਵੀ 3 ਦਿਨ ਹੋ ਗਏ ਨੇ ਤੈਨੂੰ ਕਹਿੰਦੇ ਆ ਵੀ ਮੈਂ ਤੁਹਾਡੇ ਚਰਨਾਂ ਦੀ ਖਾਕ ਆ, ਜੇ ਇੱਕ ਦਿਨ ਮੈਂ ਕਹਿ ਦਿੱਤਾ ਫਿਰ ਕੀ ਹੋ ਗਿਆ? 3 ਦਿਨ ਤਾਂ ਤੂੰ ਆਪ ਹੀ ਕਿਹਾ ਨਾ, ਮੈਂ ਤਾਂ ਹੁਣੀ ਇੱਕੋ ਦਿਨ ਹੀ ਤੈਨੂੰ ਇੰਨੀ ਗੱਲ ਆਖੀ ਹੈ ਵੀ ਤੂੰ ਖਾਕ ਤੋਂ ਬਿਨਾਂ ਹੈ ਕੀ। ਕਹਿਣ ਤੋਂ ਭਾਵ ਇਹ ਹੈ ਕਿ ਕੁਝ ਮਨੁੱਖਾਂ ਦੀ ਨਿਮਰਤਾ ਬਸ ਇੱਥੇ ਹੀ ਖੜੀ ਹੁੰਦੀ ਹੈ। ਕਿਉਂ? ਜੇ ਮੈਂ ਦੂਜੇ ਨੂੰ ਆਖਾਂਗਾ ਵੀ ਮੈਂ ਤੁਹਾਡੇ ਚਰਨਾਂ ਦੀ ਖਾਕ, ਦੂਜੇ ਬੜੇ ਖੁਸ਼ ਹੋਣਗੇ ਵੀ ਬੜਾ ਨਿਮਰਤਾ ਵਾਲਾ ਸਿੱਖ ਹੈ। ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਰੋਜ਼ ਪੜ੍ਹਦੇ ਹਾਂ, ਸੀਸ ਨਵਾਇਆ ਕਿਆ ਥੀਐ ਜਾ ਹਿਰਦੈ ਕਸੁੱਧੇ ਜਾਏ। ਮਹਾਰਾਜ ਜੀ ਕਹਿੰਦੇ ਸ਼ਿਕਾਰੀ ਵਾਲੀ ਬਿਰਤੀ ਨਾ ਰੱਖੀਏ, ਕਿਉਂਕਿ ਅਪਰਾਧੀ ਸ਼ਿਕਾਰੀ ਨੂੰ ਕਹਿੰਦੇ ਨੇ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ, ਸੀਸ ਨਵਾਇਆ ਕਿਆ ਥੀਐ ਜਾ ਹਿਰਦੈ ਕਸੁੱਧੇ ਜਾਏ। ਸ਼ਿਕਾਰੀ ਨੇ ਸ਼ਿਕਾਰ ਕਰਨਾ ਹੁੰਦਾ, ਉਹ ਦੁੱਗਣਾ ਨਿਭਦਾ। ਮਹਾਰਾਜ ਕਹਿੰਦੇ ਅਸੀਂ ਵੀ ਕਈ ਵਾਰੀ ਨਾ ਆਪਣੀ ਨਿਮਰਤਾ ਜਤਾਉਣ ਲਈ ਲੋਕਾਂ ਅੰਦਰ ਝੁਕਦੇ ਹਾਂ, ਲੋਕਾਂ ਅੱਗੇ। ਲੋਕ ਕਹਿੰਦੇ ਜੀ ਬੜਾ ਨਿਮਰਤਾ ਵਾਲਾ ਸਿੱਖ ਹੈ, ਪਰ ਸਤਿਗੁਰੂ ਕਹਿੰਦੇ ਬਿਰਤੀ ਸ਼ਿਕਾਰੀ ਵਾਲੀ ਹੈ। ਸ਼ਿਕਾਰ ਕਰਨ ਵਾਸਤੇ ਖਲੋਤਾ ਹੋਇਆ ਵੀ ਕੋਈ ਆ ਕੇ ਕਹੇ ਵੀ ਬੜਾ ਨਿਮਰਤਾ ਵਾਲਾ ਸਿੱਖ ਹੈ। ਨਾ ਭਾਈ, ਇੱਦਾਂ ਦੀ ਨਿਮਰਤਾ ਨਾ ਹੋਵੇ। ਸਾਰਿਆਂ ਦੇ ਚਰਨਾਂ ਦੀ ਧੂੜ, ਸਾਰਿਆਂ ਦੇ ਚਰਨਾਂ ਦੀ ਖਾਕ ਬਣ ਜਾਈਏ। ਕਦੇ ਭਾਈ ਗੁਰਦਾਸ ਜੀ ਨੂੰ ਪੁੱਛੋ, ਕਹਿੰਦੇ ਮੇਰੀ ਖੱਲੋਂ ਮੋਜੜੇ ਗੁਰ ਸਿੱਖ ਹੰਡਾਉਂਦੇ। ਇੰਨੀ ਨਿਮਰਤਾ, ਮੇਰੀ ਖੱਲ ਦੇ ਬਣੇ ਹੋਏ ਮੋਜੜੇ ਜਿਹੜੇ ਜੁੱਤੇ ਨੇ ਗੁਰੂ ਦੇ ਸਿੱਖ ਹੰਡਾਉਂਦੇ ਨੇ। ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ ਵੱਡੇ ਭਾਗ ਨੇ, ਉਹ ਸਾਧੂਆਂ ਦੇ ਚਰਨਾਂ ਦੀ ਰੇਣ ਖਾਕ ਨੂੰ ਲਾਜਾ ਲੱਗਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਿਆਤ ਫਿਰਿਓ ਸਿਰ ਬੱਧਕ ਜਿਉ, ਸ਼ਿਕਾਰੀ ਵਾਂਗੂ ਸਿਰ ਨਿਵਾਉਂਦਾ ਫਿਰਦਾ ਹੈ। ਅਸ ਧਿਆਨ ਬਿਲੋਕ ਬਿੜਾਲ ਜਾਇਓ। ਇਹੋ ਜਿਹਾ ਧਿਆਨ ਧਾਰਿਆ ਹੋਇਆ ਜਿਹਨੂੰ ਵੇਖ ਕੇ ਬਿੱਲਾ ਵੀ ਸ਼ਰਮਿੰਦਾ ਹੋ ਗਿਆ। ਜਿਹੜਾ ਬਿੱਲਾ ਹੁੰਦਾ ਨਾ, ਉਹਨੇ ਸ਼ਿਕਾਰ ਕਰਨਾ ਹੁੰਦਾ, ਉਹ ਧਿਆਨ ਲਾ ਕੇ ਖਲੋਤਾ ਹੁੰਦਾ, ਇੱਕੋ ਦਮ ਝਪਟਾ ਮਾਰਦਾ ਸ਼ਿਕਾਰ ਦੇ ਉੱਤੇ। ਸਤਿਗੁਰੂ ਕਹਿੰਦੇ ਤੇਰਾ ਧਿਆਨ ਵੇਖ ਕੇ ਤਾਂ ਬਿੱਲੇ ਨੂੰ ਵੀ ਸ਼ਰਮ ਆ ਗਈ ਵੀ ਕਮਾਲ ਦੀ ਗੱਲ ਹੈ ਵੀ ਮੇਰੇ ਨਾਲੋਂ ਵੀ ਅਗਾਂਹ ਲੰਘ ਗਿਆ। ਵੀ ਭੇਖ ਤਾਂ ਧਾਰਮਿਕ ਬਣਾਇਆ ਹੋਇਆ ਵੀ ਮੈਂ ਧਰਮੀ ਬੰਦਾ ਆ, ਪਰ ਇਹਦੇ ਅੰਦਰ ਸ਼ਿਕਾਰ ਕਰਨ ਦੀ ਭਾਵਨਾ ਹੈ ਵੀ ਕੋਈ ਆਵੇ ਤੇ ਕਿਸੇ ਨੂੰ ਝਪਟ ਲਵਾਂ। ਲਾਗ ਫਿਰਿਓ ਧਨ ਆਸ ਜੀਤੈ ਤਿਤ ਲੋਗ ਗਇਓ ਪਰ ਲੋਗ ਗਵਾਇਓ। ਕਹਿੰਦੇ ਸਿਰ ਜਾਵੇ ਨਾ ਜਾਵੇ, ਮੇਰਾ ਸਿੱਖੀ ਸਦਕ ਨਾ ਜਾਏ। ਇਹ ਜਿਹੜਾ ਬਚਨ ਪਹਿਲਾਂ ਸੰਤ ਕਰਤਾਰ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲੇ ਪੜ੍ਹਦੇ ਹੁੰਦੇ ਸਨ, ਇਹ ਧਾਰਨਾ
ਸੰਤ ਜਰਨੈਲ ਸਿੰਘ ਜੀ ਮਹਾਂਪੁਰਖ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲੇ ਧਾਰਨਾ ਪੜ੍ਹਦੇ ਸਨ, ਮੇਰਾ ਸਿਰ ਭਾਵੇਂ ਚਲਾ ਜਾਏ ਪਰ ਮੇਰਾ ਸਿੱਖੀ ਸਿਰ ਨਹੀਂ ਜਾਣਾ ਚਾਹੀਦਾ। ਅੱਜ ਦੇ ਲੋਕ 2 ਟਕਿਆਂ ਦੀ ਖਾਤਰ ਆਪਣਾ ਧਰਮ ਬਦਲ ਕੇ ਬਹਿ ਜਾਂਦੇ ਨੇ, ਕਹਿੰਦੇ ਜੀ ਸਾਨੂੰ ਧਰਮ ਪਾਲਦਾ ਨਹੀਂ। ਧਰਮ ਨੇ ਪਾਲਣਾ ਨਹੀਂ ਹੁੰਦਾ, ਧਰਮ ਸਾਨੂੰ ਅੰਦਰੋਂ ਪਾਲਦਾ। ਧਰਮ ਅਸੀਂ ਧਾਰਨ ਕਰਨਾ, ਧਰਮ ਸਾਡੇ ਭਲੇ ਵਾਸਤੇ ਹੈ, ਧਰਮ ਸਾਡੀਆਂ ਰੋਟੀਆਂ ਪਕਾਉਣ ਵਾਸਤੇ ਨਹੀਂ। ਮੈਨੂੰ ਖਿਮਾ ਕਰ ਦਿਓ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਜਿੱਥੋਂ ਧਨ ਦੀ ਲਾਲਸਾ ਹੁੰਦੀ ਹੈ ਬੰਦਾ ਉੱਥੇ ਹੀ ਜਾਂਦਾ ਹੈ, ਦੂਜੇ ਪਾਸੇ ਨਹੀਂ ਜਾਂਦਾ। ਸਤਿਗੁਰੂ ਕਹਿੰਦੇ ਲੋਕ ਗਇਓ ਪਰ ਲੋਕ ਗਵਾਇਓ। ਧਨ ਮੰਗਦਿਆਂ ਮੰਗਦਿਆਂ ਇਹ ਲੋਕ ਚਲਾ ਗਿਆ ਤੇ ਕਹਿੰਦੇ ਬੰਦਗੀ ਤੋਂ ਬਿਨਾਂ ਹੀ ਨੇ ਆਪਣਾ ਪਰਲੋਕ ਵੀ ਗਵਾ ਲਿਆ ਹੈ। ਸ੍ਰੀ ਭਗਵੰਤ ਭਜਿਓ ਨਾ ਹਰਿ ਜੜ ਤਾਮ ਕੇ ਕਾਮ ਕਾਹੁਰ ਜਾਇਓ। ਸਤਿਗੁਰੂ ਕਹਿੰਦੇ ਹੈ ਜੜ ਹੈ ਮੂਰਖ, ਤੂੰ ਸਾਰੇ ਜੀਵਨ ਕਾਲ ਵਿੱਚ ਉਸ ਭਗਵੰਤ ਪਰਮੇਸ਼ਰ ਦਾ ਭਜਨ ਨਹੀਂ ਕੀਤਾ, ਤੂੰ ਘਰ ਦੇ ਕੰਮਾਂ ਵਿੱਚ ਕਿੱਥੇ ਉਲਝਿਆ ਹੋਇਆ ਹੈ, ਕਿੱਥੇ ਮਾਇਆ ਪਦਾਰਥਾਂ ਦੇ ਵਿੱਚ ਉਲਝਿਆ ਹੋਇਆ ਹੈ। ਜਿਸ ਮਾਲਕ ਨੇ ਭਗਤੀ ਬੰਦਗੀ ਕਰਨ ਵਾਸਤੇ ਸੰਸਾਰ 'ਚ ਭੇਜਿਆ ਸੀ ਉਹਦੀ ਤੂੰ ਬੰਦਗੀ ਨਹੀਂ ਕੀਤੀ। ਫੋਕਟ ਕਰਮ ਜੜਾਤ ਕਹਾ ਇਨ ਰੋਗਨ ਕਉ ਕੋਈ ਕਾਮ ਨ ਹੈ। ਸਤਿਗੁਰੂ ਕਹਿੰਦੇ ਜਿਹੜੇ ਫੋਕਟ ਦੇ ਕਰਮ ਨੂੰ ਦ੍ਰਿੜ ਕੀਤੇ ਹੋਏ ਨੇ ਨਾ ਆਪਣੇ ਅੰਦਰ, ਫੋਕਟ ਦੇ ਕਰਮ ਜਿਨ੍ਹਾਂ ਵਿੱਚੋਂ ਕੁਝ ਨਿਕਲਦਾ ਨਹੀਂ, ਇਸ ਲੋਕ ਦੇ ਅੰਦਰ ਤੇ ਦਰਗਾਹ ਦੇ ਅੰਦਰ ਤੇਰੇ ਕੰਮ ਨਹੀਂ ਆਉਣੇ, ਸਭ ਇੱਥੇ ਹੀ ਰਹਿ ਜਾਣੇ। ਕਿਉਂਕਿ ਗੋਬਿੰਦ ਭਜਨ ਬਿਨ ਤਿਲ ਨਹੀਂ ਮਨ। ਪਰਮੇਸ਼ਰ ਦੇ ਭਜਨ ਤੋਂ ਬਿਨਾ ਉਥੇ ਦਰਗਾਹ ਵਿੱਚ ਤਿਲ ਮਾਤਰ ਕੁਝ ਨਹੀਂ ਮੰਨਿਆ ਜਾਂਦਾ। ਜੇਕਰ ਕੁਝ ਪ੍ਰਵਾਨਿਆ ਜਾਂਦਾ ਤੇ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਹੀ ਦਰਗਾਹ ਦੇ ਵਿੱਚ ਕਬੂਲ ਹੁੰਦਾ, ਬਾਕੀ ਕੁਝ ਹੋਰ ਕਬੂਲ ਨਹੀਂ ਹੁੰਦਾ। ਇਹ ਮੂਰਖ ਨੂੰ ਜਿਹੜੇ ਫੋਕਟ ਦੇ ਕਰਮ ਦ੍ਰਿੜ ਕੀਤੇ ਹੋਏ ਨੇ, ਇਹ ਲੋਕ ਤੇ ਪਰਲੋਕ ਵਿੱਚ ਤੇਰੇ ਕਿਸੇ ਕੰਮ ਨਹੀਂ ਆਉਣੇ। ਬਾਜਤ ਕਾਦਨ ਹਿਤ ਅਰੀ ਜਮ ਕਿੰਕਰ ਤਿਨਹਿ ਭਜਨ ਪਹਿ। ਸਤਿਗੁਰੂ ਕਹਿੰਦੇ ਹੈ ਜੀਵ ਤੂੰ ਧਨ ਦੇ ਵਾਸਤੇ ਦਿਨ ਰਾਤ ਦੌੜਿਆ ਫਿਰਦਾ, ਇੱਥੋਂ ਵੀ ਧਨ ਮਿਲ ਜੇ, ਇੱਥੋਂ ਵੀ ਮਾਇਆ ਮਿਲ ਜੇ, ਕਿਰਤ ਬਿਰਤ ਵੀ ਕਰਨਾ ਹੈ ਤੇ ਧਰਮ ਸਥਾਨਾਂ ਤੇ ਵੀ ਜਾਣਾ ਹੈ, ਉੱਥੇ ਵੀ ਜਾ ਕੇ ਸਜਦਾ ਅਰਦਾਸਾਂ ਕਰਦਾ ਵੀ ਮਾਇਆ ਚਾਹੀਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਜਮ ਕਿੰਕਰ ਤੇ ਨਹਿ ਭਾਜਨ ਪੈ। ਹੁਣ ਤਾਂ ਭਜਿਆ ਕਰਦਾ ਹੈ, ਪਰ ਜਦੋਂ ਜਮ ਕਿੰਕਰ ਆ ਗਏ, ਜਮ ਧਰਮਰਾਜ ਨੂੰ ਕਹਿੰਦੇ ਨੇ, ਕਿੰਕਰ ਦੂਤ ਨੂੰ ਕਹਿੰਦੇ ਨੇ। ਧਰਮਰਾਜ ਦੇ ਦੂਤ ਜਿਹੜੇ ਹੁੰਦੇ ਨੇ, ਧਰਮਰਾਜ ਦੇ ਦੂਤ ਜਿਸ ਦਿਨ ਆ ਗਏ ਨਾ, ਉਹਨਾਂ ਤੋਂ ਨਹੀਂ ਭਜਿਆ ਜਾਣਾ, ਮਾਇਆ ਦੀ ਖਾਤਰ ਜ਼ਰੂਰ ਦੌੜਿਆ ਫਿਰਦਾ। ਕਬੀਰ ਸਾਹਿਬ ਜੀ ਵੀ ਲਿਖਦੇ ਜੀ, ਕਹਿੰਦੇ ਜੀ ਜਦੋਂ ਅੰਤਲਾ ਸਮਾਂ ਆਇਆ ਨਾ ਮਨੁੱਖ ਦਾ ਤੇ ਜਮ ਦੂਤ ਲੈਣ ਵਾਸਤੇ ਆ ਗਏ, ਚੱਲ ਭਾਈ ਤੇਰੀ ਵਾਰੀ ਆ ਗਿਆ। ਕਹਿੰਦਾ ਜੀ ਵੀ ਛੋਟੀ ਜੀ ਕਿਰਪਾ ਕਰ ਦਿਓ। ਕਹਿੰਦੇ ਕੀ ਚਾਹੀਦਾ? ਆਖਦਾ ਜੀ ਅੱਜ ਦੀ ਰਾਤ ਰੁਕ ਜਾ, ਮੈਂ ਨਾ ਥੋੜਾ ਜਿਹਾ ਧਨ, ਥੋੜੀ ਜੀ ਮਾਇਆ ਕਿਸੇ ਕੋਲੋਂ ਲੈਣੀ, ਕਿਸੇ ਨੂੰ ਉਧਾਰੀ ਦਿੱਤੀ ਹੋਈ ਸੀ, ਲਿਓ ਨਵੇਰ ਆਜ ਕੀ ਰਾਤੀ, ਵੀ ਅੱਜ ਦੀ ਰਾਤ ਮੈਂ ਕੰਮ ਨਿਬੇੜਦਾ, ਨਾਲੇ ਮੈਨੂੰ ਮੇਰੀ ਉਧਾਰੀ ਮਿਲ ਜਾਏਗੀ। ਸੁਬਹ ਨਿਵਾਜ ਸਰਾਏ ਗੁਜ਼ਾਰ। ਤੇ ਜਦੋਂ ਸਵੇਰ ਦਾ ਸਮਾਂ ਹੋਵੇਗਾ ਤੇ ਜਾਂਦਿਆਂ ਜਾਂਦਿਆਂ ਮੈਂ ਨਮਾਜ਼ ਵੀ ਪੜ੍ਹ ਲਵਾਂਗਾ ਰਸਤੇ ਵਿੱਚ, ਤੇ ਅੱਜ ਦੀ ਰਾਤ ਦੇ ਦਿਓ ਤੇ ਕਿਛ ਵੀ ਖਰਚ ਤੁਹਾਡਾ ਸਾਰਾ, ਤੁਸੀਂ ਵੀ ਇੰਨੀ ਦੂਰੋਂ ਆਇਓ ਤੇ ਥੋੜਾ ਜਿਹਾ ਜੇਬ ਖਰਚੀ ਤੁਸੀਂ ਵੀ ਮੇਰੇ ਕੋਲੋਂ ਲੈ ਰਹੇ ਹੋ। ਤੇ ਫਿਰ ਉੱਥੇ ਜਨ ਦੂਤ ਕਹਿੰਦੇ ਅੱਗੇ ਲੱਗ ਕੇ ਤੁਰ ਫਿਰ ਪਈ, ਕਿਉਂਕਿ ਹਰ ਫਰਮਾਨ ਬਰਕਤ। ਇਹ ਤਾਂ ਦਰਗਾਹ ਦਾ ਫਰਮਾਨ ਆਇਆ ਹੈ। ਜਦੋਂ ਦਰਗਾਹ ਦਾ ਫਰਮਾਨ ਆ ਜਾਏ, ਸਾਡੇ ਮਾਲਕ ਦਾ ਹੁਕਮ ਆ ਜਾਏ ਤੇ ਅਸੀਂ ਇੱਕ ਪਲ ਨਹੀਂ ਰੁਕ ਸਕਦੇ। ਤੂੰ ਸਾਰੀ ਜ਼ਿੰਦਗੀ ਦੁਨੀਆ ਦੇ ਧੰਦੇ ਨਹੀਂ ਨਿਬੇੜ ਸਕਿਆ, ਸਾਰੀ ਜ਼ਿੰਦਗੀ ਨਮਾਜ਼ ਨਹੀਂ ਪੜ੍ਹੀ, ਹੁਣ ਅੰਤ ਕਾਲ ਆ ਗਿਆ, ਹੁਣ ਦੀ ਨਮਾਜ਼ ਪੜ੍ਹੀ ਤਾਂ ਹੁਣ ਤਾਂ ਅੱਗੇ ਜਾ ਕੇ ਧਰਮਰਾਜ ਪੁੱਛੇਗਾ ਵੀ ਪੜ੍ਹੀ ਕਿ ਨਹੀਂ ਪੜ੍ਹੀ। ਚੱਲ ਭਾਈ, ਕਿਉਂਕਿ ਫਰਮਾਨ ਦਰਗਾਹ ਦਾ ਆਇਆ ਹੈ। ਸਤਿਗੁਰੂ ਕਹਿੰਦੇ ਮਾਇਆ ਪਿੱਛੇ ਤਾਂ ਦੌੜਦਾ ਫਿਰਦਾ, ਪਰ ਜਦੋਂ ਕਾਲ ਆ ਗਿਆ ਫਿਰ ਨਹੀਂ ਭੱਜਿਆ ਜਾਣਾ। ਸਾਹਿਬ ਜੀ ਦਾ ਇੱਕ ਬਚਨ ਵੀ ਆਉਂਦਾ, ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਏ। ਹੁਣ ਤਾਂ ਪਰਮੇਸ਼ਰ ਦਾ ਭਜਨ ਨਹੀਂ ਕਰਦਾ ਤੇ ਕਦੋਂ ਕਰੇਗਾ?
ਜਦੋਂ ਅੰਤ ਆ ਗਿਆ ਫਿਰ ਉਹਦਾ ਭਜਨ ਨਹੀਂ ਹੋਣਾ, ਫਿਰ ਜਮਦੂਤਾਂ ਕੋਲੋਂ ਦੌੜਿਆ ਨਹੀਂ ਜਾਣਾ। ਪੁੱਤਰ ਕਲਿਤਰਨ ਮਿਸਰ ਸਬੈ ਉਹਾ ਸਿੱਖ ਸਿਖਾ ਕੋ ਸਾਖ ਨਾ ਦੈ। ਤੇਰਾ ਪੁੱਤਰ ਕਲਿਤਰਨ, ਇਸਤਰੀ, ਮਿੱਤਰ, ਰਿਸ਼ਤੇਦਾਰ, ਤੇਰੇ ਸਿੱਖ ਸਖਾ, ਮਹਾਰਾਜ ਕਹਿੰਦੇ ਇਹਨਾਂ ਵਿੱਚੋਂ ਕੋਈ ਸਾਖ ਨਾ ਦੇ ਹੈ, ਕਿਸੇ ਨੇ ਗਵਾਹੀ ਨਹੀਂ ਭਰਨੀ ਤੇਰੀ ਜਾ ਕੇ। ਵਿਦਵਾਨ ਦੇਖਦੇ ਨੇ ਵੀ ਜਦੋਂ ਵਾਲਮੀਕ ਜੀ ਛੋਟੇ ਜਿਹੇ ਸਨ ਤੇ ਮੱਛੀਆਂ ਵੇਚਣ ਵਾਲਾ ਆਇਆ, ਜਿਹੜਾ ਪੂਰ ਹੁੰਦਾ ਨਾ ਮੱਛੀਆਂ ਦਾ, ਛੋਟੀਆਂ ਛੋਟੀਆਂ ਮੱਛੀਆਂ ਹੁੰਦੀਆਂ, ਉਹ ਵੇਚਦਾ ਫਿਰਦਾ ਸੀ। ਮਾਂ ਕਹਿੰਦੀ ਵਾਲਮੀਕ ਜੀ ਨੂੰ ਵੀ ਤੁਸੀਂ ਜਾਓ, ਜਾ ਕੇ ਮੱਛੀਆਂ ਲੈ ਕੇ ਆਓ। ਤੇ ਵਾਲਮੀਕ ਰਿਸ਼ੀ ਜੀ ਕਹਿਣ ਲੱਗੇ ਵੀ ਮਾਂ ਵੀ ਕਿੱਡਾ ਵੱਡਾ ਪਾਪ ਹੈ ਵੀ ਛੋਟੀਆਂ ਛੋਟੀਆਂ ਮੱਛੀਆਂ ਨੇ। ਮਾਂ ਨੇ ਆਖਿਆ ਪੁੱਤਰ ਫਿਰ ਕੀ ਹੋ ਗਿਆ? ਉਹਨੇ ਵੀ ਤਾਂ ਪਾਪ ਹੀ ਕੀਤਾ ਜਿਹੜਾ ਫੜ ਕੇ ਲਿਆਇਆ, ਉਹਨੇ ਵੀ ਤਾਂ ਪਾਪ ਕੀਤਾ ਹੀ ਹੈ ਜਿਹੜਾ ਫੜ ਕੇ ਲਿਆਇਆ। ਜਦੋਂ ਉਹਨੂੰ ਨਹੀਂ ਲੱਗਦਾ ਤੇ ਸਾਨੂੰ ਕਿੱਥੋਂ ਲੱਗ ਜਾਏਗਾ? ਖੈਰ ਕਹਿੰਦੇ ਉਹਨੂੰ ਤਾਂ ਖਰੀਦ ਲਿਆਏ। ਅਖੀਰ ਜਦੋਂ ਕਿਸੇ ਮਹਾਂਪੁਰਖ ਦਾ ਸੰਗ ਮਿਲਿਆ ਨਾ, ਉਹਨਾਂ ਇੱਕੋ ਸਵਾਲ ਕੀਤਾ ਵੀ ਜਿਨ੍ਹਾਂ ਦੀ ਖਾਤਰ ਪਾਪ ਕਰਦੇ ਨਾ, ਉਹਨਾਂ ਨੂੰ ਇੱਕ ਵਾਰੀ ਪੁੱਛ ਗਿਆ ਜਦੋਂ ਦਰਗਾਹ ਵਿੱਚ ਲੇਖਾ ਮੰਗਿਆ ਜਾਣਾ ਮੇਰਾ ਸਾਥ ਦਿਓਗੇ, ਹਿੱਸਾ ਬਣਾਓਗੇ? ਜਦੋਂ ਘਰ ਆ ਕੇ ਪੁੱਛਦੇ ਨੇ ਨਾ ਵੀ ਜਦੋਂ ਦਰਗਾਹ ਵਿੱਚ ਗਏ ਤੇ ਫਿਰ ਮੇਰਾ ਸਾਥ ਦਿਓਗੇ? ਮਾਂ ਨੇ ਆਖਿਆ ਪੁੱਤਰ ਨਹੀਂ ਕਮਾਏ ਤੂਨੇ ਤੇ ਭੋਗੜੇ ਵੀ ਤੂਨੇ। ਵਾਪਸ ਆ ਕੇ ਕਹਿੰਦੇ ਸੰਤ ਜੀ ਮਾਂ ਮੇਰੀ ਕਹਿੰਦੀ ਕਰਮ ਤੂੰ ਕੀਤੇ ਨੇ ਤੇ ਭੋਗੜੇ ਵੀ ਤੂੰ ਨੇ। ਤੇ ਫਿਰ ਉਹ ਸਾਧੂ ਸੰਤ ਮਹਾਂਪੁਰਸ਼ ਕਹਿਣ ਲੱਗੇ ਭਰਿਆ ਮਾਨਸਾ ਫਿਰ ਇਹੋ ਜਿਹੇ ਕਰਮ ਕਰਦਾ ਕਿਉਂ ਹੈ? ਜਿਨ੍ਹਾਂ ਵਾਸਤੇ ਕਰਦਾ ਪਿਆ ਜਦੋਂ ਉਹ ਹਾਮੀ ਨਹੀਂ ਭਰਦੇ, ਤੇਰੀ ਗਵਾਹੀ ਦੇਣ ਨੂੰ ਤਿਆਰ ਨਹੀਂ, ਤੇ ਉਹਨਾਂ ਵਾਸਤੇ ਪਾਪ ਕਿਉਂ ਕਰਦਾ? ਕਬੀਰ ਸਾਹਿਬ ਜੀ ਨੂੰ ਪੁੱਛੋ, ਕਹਿੰਦੇ ਜੀ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਭੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤਨ ਮੇਰਾ ਤੇਰੇ ਜੀ ਪਹਿ ਲੀਜੈ, ਛਿਨ ਛਿਨ ਤਨ ਛੀਜੈ, ਜਰਾ ਜਲਾਵੈ, ਤਬ ਤੇਰੀ ਯੋਗ ਕੋਈ ਪਾਣੀ ਹੋਣਾ ਪਾਵੇ। ਜਿਨ੍ਹਾਂ ਦੀ ਖਾਤਰ ਝੂਠ ਮਾਰ ਕੇ ਤੂੰ ਧਨ ਲੁੱਟ ਕੇ ਲੈ ਕੇ ਆਉਣਾ ਨਾ, ਪਰਿਵਾਰ ਤੇ ਲੁਟਾ ਰਹੇ ਹੈ। ਜਦੋਂ ਅੰਤ ਕਾਲ ਆਉਣਾ ਹੈ, ਜਦੋਂ ਲੇਖਾ ਦੇਣਾ ਇਹਨਾਂ ਵਿੱਚੋਂ ਕਿਸੇ ਨੇ ਤੇਰੀ ਗਵਾਹੀ ਨਹੀਂ ਭਰਨੀ। ਮਹਾਰਾਜ ਜੀ ਕਹਿੰਦੇ ਅੱਗੇ ਜਾ ਕੇ ਗਵਾਹੀ ਭਰਨੀ ਤਾਂ ਦੂਰ ਦੀ ਗੱਲ ਹੈ, ਤੇਰਾ ਸਰੀਰ ਬਜ਼ੁਰਗ ਹੁੰਦਾ ਜਾਂਦਾ ਨਾ, ਜਦੋਂ ਸਮਾਂ ਆ ਗਿਆ ਤਬ ਤੇਰੀ ਯੋਗ ਕੋਈ ਪਾਣੀ ਨਾ ਪਾਵੇ। ਓਕ ਨਾਮ ਹੁੰਦਾ ਭੁੱਖ ਦਾ, ਤੇਰੀ ਭੁੱਖ 'ਚ ਕਿਸੇ ਨੇ ਪਾਣੀ ਤੱਕ ਨਹੀਂ ਪਾਉਣਾ। ਇਦਾਂ ਹੀ ਹੁੰਦਾ। ਪੰਡਤ ਗੁਲਾਬ ਸਿੰਘ ਜੀ ਨਿਰਮਲੇ ਲਿਖਦੇ ਨੇ, ਆਖਦੇ ਨੇ ਕਿ ਹੇ ਕਰੁਣਾ ਨਿਧ ਅਕਾਲ ਪੁਰਖ ਤੇਰੇ ਚਰਨਾਂ 'ਚ ਇੱਕ ਬੇਨਤੀ ਹੈ। ਕਹਿੰਦੇ ਮੇਰੀ ਬੇਨਤੀ ਇਹ ਹੈ ਕਿ ਬਜ਼ੁਰਗ ਹੋ ਗਿਆ, ਕਹਿੰਦੇ ਬਜ਼ੁਰਗ ਹੋ ਗਿਆ ਤੇ ਮੂੰਹ ਦੇ ਵਿੱਚੋਂ ਦੰਦ ਨਿਕਲ ਗਏ ਤੇ ਜਿਹੜੀ ਕੋਈ ਚੀਜ਼ ਘਰ ਵਿੱਚ ਸੜ ਜਾਏ ਨਾ ਤੇ ਮੇਰੇ ਮੂਹਰੇ ਲਿਆ ਕੇ ਰੱਖ ਦਿੰਦੇ ਵੀ ਖਾ ਰੋਟੀ ਖਾ। ਕਹਿੰਦੇ ਜੇ ਮੈਂ ਕਿਤੇ ਕਹਿ ਦਿਆਂ ਵੀ ਮੈਂ ਘਰ ਦਾ ਮਾਲਕ, ਘਰ ਬਣਾਇਆ, ਤੁਹਾਨੂੰ ਮੈਂ ਪਾਲਿਆ ਪਲੋਸਿਆ ਵੱਡਾ ਕੀਤਾ, ਸੜੀਆਂ ਰੋਟੀਆਂ ਮੇਰੇ ਵਾਸਤੇ, ਅੱਗੋਂ ਕਹਿੰਦੇ ਅਸੀਂ ਤੇਰੇ ਵਾਸਤੇ ਕਿਹੜਾ ਪੂੜੇ ਬਣਾਏ, ਖਾ ਲੈ ਨੂੰ ਮਿਲਦਾ ਚੁੱਪ ਕਰਕੇ। ਕਹਿੰਦਾ ਜੇ ਕਿਤੇ ਮੈਂ ਕੋਈ ਗੱਲ ਕਹਿ ਦਿਆਂ ਨਾ ਇਸ ਤਰ੍ਹਾਂ ਨਹੀਂ ਕਿ ਇਸ ਤਰ੍ਹਾਂ ਕਰ ਲਓ। ਪੰਡਤ ਗੁਲਾਬ ਸਿੰਘ ਜੀ ਕਹਿੰਦੇ ਅੱਗੋਂ ਜਵਾਬ ਦਿੰਦੇ ਨੇ ਤੇਰਾ ਕੋਈ ਬੋਲਣ ਦਾ ਅਧਿਕਾਰ ਨਹੀਂ, ਜਾਂ ਕੁੰਡੀ ਲੈ ਕੇ ਘਰ ਦੇ ਦਰਵਾਜ਼ੇ 'ਚ ਬਹਿ ਜਾ, ਕਿਤੇ ਕੁੱਤਾ ਬਿੱਲਾ ਅੰਦਰ ਨਾ ਵੜ ਜਾਏ। ਇਹ ਭਗਵਾਨ ਜੀ ਬਜ਼ੁਰਗ ਹੋ ਗਿਆ, ਜੇ ਕਿਤੇ ਮੈਂ ਲੰਮਾ ਪੈ ਜਾਵਾਂ ਤੇ ਕਹਿੰਦੇ ਵੇਖੋ ਕਿਵੇਂ ਪੈਰ ਪਸਾਰ ਕੇ ਸੁਤਾ ਪਿਆ। ਕਹਿੰਦੇ ਨੇ ਇਹ ਕਰਨਾ ਨਿਤ ਤੇਰੀ ਸ਼ਰਨ ਆਇਆ। ਜਿਵੇਂ ਧਰਤੀ ਤੋਂ ਆਪ ਜੀ ਨੇ ਕਿਰਪਾ ਕਰਕੇ ਪਾਣੀ ਤੋਂ ਪਹਾੜ ਤਾਰ ਦਿੱਤੇ, ਰਹਿਮਤ ਕਰੋ ਜੀ ਤੁਸੀਂ ਮੈਨੂੰ ਵੀ ਉਸੇ ਤਰ੍ਹਾਂ ਤਾਰ ਦਿਓ, ਕਿਉਂਕਿ ਤੁਹਾਡੀ ਸ਼ਰਨਾਗਤ ਤੋਂ ਬਿਨਾਂ ਮੈਨੂੰ ਹੋਰ ਕੋਈ ਆਸਰਾ ਵੀ ਨਹੀਂ। ਕਹਿਣ ਤੋਂ ਮੁਰਾਦ ਇਹ ਹੈ ਕਿ ਦਰਗਾਹ ਵਿੱਚ ਜਾ ਕੇ ਤਾਂ ਕਿਸੇ ਨੇ ਕੀ ਗਵਾਹੀ ਭਰਨੀ ਹੈ। ਮਹਾਰਾਜ ਕਹਿੰਦੇ ਜਦੋਂ ਬੰਦਾ ਇੱਥੇ ਬਜ਼ੁਰਗ ਹੁੰਦਾ ਨਾ ਫਿਰ ਇੱਥੇ ਵੀ ਕੋਈ ਭੁੱਖ 'ਚ ਪਾਣੀ ਨਹੀਂ ਪਾਉਂਦਾ, ਤਬ ਤੇਰੀ ਯੋਗ ਕੋਈ ਪਾਣੀ ਹੋਣਾ ਪਾਵੇ।
ਜਦੋਂ ਬਜ਼ੁਰਗ ਹੋ ਗਿਆ ਫਿਰ ਤੇਰੀ ਭੁੱਖ 'ਚ ਕਿਸੇ ਨੇ ਪਾਣੀ ਨਹੀਂ ਪਾਣਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਪੁੱਤਰ ਕਲਿੱਤਰ ਮਿੱਤਰ ਸਵੈ ਕੁਆ ਸਿੱਖ ਸਖਾ ਕੋ ਸਾਖ ਨਾ ਦੈ ਹੈ। ਤੇਰਾ ਪਰਿਵਾਰ ਰਿਸ਼ਤੇਦਾਰ ਸਾਖ ਸੰਬੰਧੀ ਇਹਨਾਂ ਦੇ ਵਿੱਚੋਂ ਕਿਸੇ ਨੇ ਦਰਗਾਹ ਵਿੱਚ ਜਾ ਕੇ ਤੇਰੀ ਗਵਾਹੀ ਨਹੀਂ ਭਰਨੀ। ਚੇਤ ਰੇ ਚੇਤ ਅਚੇਤ ਮਹਾਪਸ ਅੰਤ ਕੀ ਬਾਰ ਅਕੇਲੋਈ ਜੈ। ਚੇਤ ਰੇ ਚੇਤ ਅਚੇਤ ਮਹਾਪਸ ਹੈ ਅਗਿਆਨੀ ਮਹਾਪਸ਼ੂ ਚੇਤੇ ਕਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੂੰ। ਜਦੋਂ ਤੇਰਾ ਅੰਤ ਕਾਲ ਆਉਣਾ ਹੈ ਤੋ ਇਕੱਲੇ ਜਾਣੇ ਨੇ ਇਸ ਦੁਨੀਆ ਤੋਂ ਜਾਣਾ, ਕਿਸੇ ਨੇ ਤੇਰੇ ਸਾਥ ਨਹੀਂ ਜਾਣਾ। ਤੋ ਤਨ ਤਿਆਗਤ ਹੀ ਸੁਣ ਰੇ ਜੜ ਪ੍ਰੀਤ ਬਖਾਨ ਤ੍ਰਿਆ ਭਜ ਜੈ। ਜਦੋਂ ਤੂੰ ਆਪਣਾ ਸਰੀਰ ਤਿਆਗਣਾ ਹੈ ਨਾ, ਇਹ ਮੂਰਖ ਸੁਣ, ਸਰੀਰ ਤਿਆਗਦਿਆਂ ਮਹਾਰਾਜ ਕਹਿੰਦੇ ਤੇਰੀ ਇਸਤਰੀ ਜੋ ਸਭ ਤੋਂ ਜ਼ਿਆਦਾ ਨੇੜੇ ਮਨੁੱਖ ਦੇ ਹੁੰਦੀ, ਉਹਨੇ ਕਹਿਣਾ ਜੀ ਪ੍ਰੇਤ ਬਣ ਗਿਆ ਜੀ, ਉਹਨੇ ਛੱਡ ਕੇ ਤੈਨੂੰ ਭੱਜ ਜਾਣਾ। ਕਬੀਰ ਸਾਹਿਬ ਜੀ ਦਾ ਵੀ ਪਾਵਨ ਪਵਿੱਤਰ ਬਚਨ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਅੰਦਰ। ਕਹਿੰਦੇ ਜਦੋਂ ਸਰੀਰ ਵਿੱਚੋਂ ਪ੍ਰਾਣ ਨਿਕਲਦੇ ਨੇ ਨਾ, ਘਰ ਕੀ ਨਾਰ ਉਰਹਿ ਤਨ ਲਾਗੀ, ਉਹ ਤੋਂ ਭੂਤ ਘਰ ਪਰ। ਕਹਿੰਦੇ ਜੀ ਭੂਤ ਬਣ ਗਿਆ। ਇੱਕ ਬੇਨਤੀ ਕਰਾਂ, ਗੁਸਤਾਖੀ ਦੀ ਖਿਮਾ ਕਰਿਓ। ਅਕਸਰ ਹੁੰਦਾ, ਜੇ ਨਹੀਂ ਹੁੰਦਾ ਤਾਂ ਕਹਿ ਦਿਓ। ਜਦੋਂ ਕੋਈ ਮਨੁੱਖ ਚੜ੍ਹਾਈ ਕਰਦਾ ਨਾ, ਕਰੀਬਨ ਕਾਫੀ ਲੋਕ ਆਉਂਦੇ ਨੇ ਜੀ ਬਾਬਾ ਜੀ ਅਰਦਾਸ ਕਰਦੇ ਆਦੇ ਵਾਸਤੇ ਜੀ ਆਤਮਾ ਸ਼ਾਂਤੀ ਵਾਸਤੇ। ਭੋਗ ਪਏ ਨੂੰ ਹਲੇ 4 ਦਿਨ ਨਹੀਂ ਹੁੰਦੇ, 4-5 ਦਿਨਾਂ ਬਾਅਦ ਹੀ ਆ ਜਾਂਦੇ। ਆਤਮਕ ਸ਼ਾਂਤੀ ਦੀ ਅਰਦਾਸ ਕਰਦੇ ਹੋ ਜੀ, ਇਉਂ ਜਾਪਦਾ ਵੀ ਬਜ਼ੁਰਗ ਘਰ 'ਚ ਵਾਪਸ ਆ ਗਿਆ। ਬਹੁਤ ਆਤ ਦੇ ਵਿੱਚ ਇਸ ਤਰ੍ਹਾਂ ਹੋਇਆ ਹੈ, ਇਹ ਕੋਈ ਅੱਤ ਕਥਨੀ ਨਹੀਂ। ਲੋਕ ਆਉਂਦੇ ਨੇ ਅਰਦਾਸ ਕਰਾਉਣ ਵਾਸਤੇ। ਜਦੋਂ ਕੋਈ ਚੜ੍ਹਾਈ ਕਰਦਾ ਉਦੋਂ ਵੇਖਿਆ ਕਰੋ ਜੀ ਵਾਪਸ ਆ ਜਾ। ਹੁਣ ਜਦੋਂ ਵਾਪਸ ਆ ਗਏ ਤੇ ਫਿਰ ਕਹਿੰਦੇ ਜੀ ਹੁਣ ਭਜਾ ਦੇ। ਜਦੋਂ ਸਰੀਰ ਛੱਡਦੇ ਨੇ ਉਦੋਂ ਕਹਿੰਦੇ ਜੀ ਵਾਪਸ ਆ ਜਾ। ਕਹਿੰਦੇ ਕਿ ਨਹੀਂ ਕਹਿੰਦੇ? ਜਦੋਂ ਵੀ ਸਰੀਰ ਛੱਡਦਾ ਵੀ ਵਾਪਸ ਆ ਜਾ, ਤੇ ਫਿਰ ਜਦੋਂ ਵਾਪਸ ਆਉਂਦੇ ਫਿਰ ਅਰਦਾਸ ਵੀ ਕਰਾਉਂਦੇ ਵੀ ਹੁਣ ਚਲਾ ਜਾ। ਇਹ ਮਨੁੱਖ ਦੀ ਮਨੋਗਤੀ ਹੈ। ਸਤਿਗੁਰੂ ਇਹ ਸਮਝਾਉਂਦੇ ਵੀ ਜਿਨ੍ਹਾਂ ਦੀ ਖਾਤਰ ਤੂੰ ਸੰਸਾਰ ਵਿੱਚ ਇੰਨਾ ਕੁਝ ਕਰਦਾ ਨਾ, ਤੇਰੇ ਮਰਨ ਤੋਂ ਬਾਅਦ ਤੈਨੂੰ ਪ੍ਰੇਤ ਕਹਿੰਦੇ ਵੀ ਪ੍ਰੇਤ ਬਣ ਗਿਆ ਇਹ। ਤੇ ਫਿਰ ਘਰੋਂ ਕੱਢਣ ਨੂੰ ਫਿਰਦੇ, ਸਰੀਰ ਤਾਂ ਕੱਢ ਦਿੱਤਾ, ਹੁਣ ਕਹਿੰਦੇ ਵੀ ਪ੍ਰੇਤ ਬਣ ਕੇ ਵੀ ਸਾਡੇ ਘਰ ਦੇ ਵਿੱਚ ਨਾ ਰਹੇ। ਸਤਿਗੁਰੂ ਕਹਿੰਦੇ ਨੇ ਭਾਈ ਵੇਖ ਇਹੋ ਜਿਹਾ ਇਨਸਾਫ ਤੇਰੇ ਨਾਲ ਕਰਦੇ ਨੇ। ਉਹ ਤਾਂ ਤਿਆਗਤ ਵੀ ਸੁਣ ਰੇ ਜੜ ਪ੍ਰੇਤ ਬਖਾਨ ਤ੍ਰਿਆ ਭਜ ਜੈ। ਇਹ ਮੂਰਖ ਤੇਰੇ ਸਰੀਰ ਨੂੰ ਤਿਆਗ ਕੇ ਤੇਰੀ ਇਸਤਰੀ ਨੇ ਤੈਨੂੰ ਛੱਡ ਕੇ ਭੱਜ ਜਾਣਾ। ਤੈਨੂੰ ਪ੍ਰੇਤ ਕਹਿ ਕੇ ਪੁਕਾਰਨਾ ਹੈ। ਪੁੱਤਰ ਕਲੰਤਰ ਸੋ ਮਿੱਤਰ ਸਖਾਗੇ ਨਵੇਗ ਨਿਕਾਰ ਹੋਆਇਸ ਲੈ। ਤੇਰਾ ਪੁੱਤਰ ਕਲੰਤਰ ਇਸਤਰੀ, ਤੇਰੇ ਮਿੱਤਰ, ਤੇਰੇ ਸਖਾ, ਉਹਨਾਂ ਸਾਰਿਆਂ ਨੇ ਆਇਸ ਕਹਿੰਦੇ ਆਗਿਆ ਨੇ ਵੀ ਛੇਤੀ ਘਰੋਂ ਕੱਢੋ। ਉਦੋਂ ਸਰੀਰ ਪਿਆ ਹੋਇਆ ਨਾ, ਘਰ ਆਂਗਣ ਨਾਲ ਸੁਖਾਈ, ਘਰ ਦੇ ਵਿਹੜੇ ਵਿੱਚ ਪਿਆ ਸਰੀਰ ਚੰਗਾ ਨਹੀਂ ਲੱਗਦਾ। ਆਗਿਆ ਨੇ ਵੀ ਛੇਤੀ ਕਰੋ ਸੰਸਕਾਰ ਕਰ ਦਿਓ, ਕਿਤੇ ਹਨੇਰਾ ਨਾ ਪੈ ਜਾਏ, ਕਿਤੇ ਸਰੀਰ ਤੇ ਮੁਸ਼ਕ ਨਾ ਲੱਗ ਪਵੇ। ਜਿਹੜੇ ਬੰਦੇ ਨੇ 50-60 ਸਾਲ ਘਰੇ ਕੱਢੇ ਹੁੰਦੇ ਨੇ ਨਾ, ਉਹਨੂੰ 1 ਮਿੰਟ ਵੀ ਘਰ ਵਿੱਚ ਰੱਖਣ ਨੂੰ ਕੋਈ ਤਿਆਰ ਨਹੀਂ ਹੁੰਦਾ ਵੀ ਚਲੋ 2-4 ਦਿਨ ਰਾਖੀ। ਆਗਿਆ ਨੇ ਵੀ ਫਟਾਫਟ ਘਰ ਦੇ ਵਿੱਚੋਂ ਬਾਹਰ ਕੱਢ ਦਿਓ। ਭੰਡਾਰ ਨਾਗੜ ਜਿਤਕ ਛਾੜਤ ਬਨ ਬੇਗਾਨ ਕਹੈ। ਸਤਿਗੁਰੂ ਕਹਿੰਦੇ ਨੇ ਤੇਰਾ ਭਾਉਨ ਘਰ, ਤੇਰੇ ਭੰਡਾਰ, ਜਿੰਨੀ ਮਾਇਆ ਨੂੰ ਧਰਤੀ ਵਿੱਚ ਗੱਡੀ ਹੈ। ਅੱਜ ਕੱਲ੍ਹ ਤਾਂ ਬੈਂਕਾਂ 'ਚ ਜਮ੍ਹਾਂ ਹੁੰਦੀ ਹੈ, ਪੁਰਾਣੇ ਸਮਿਆਂ ਵਿੱਚ ਲੋਕ ਧਰਤੀ 'ਚ ਗੱਡ ਦਿੰਦੇ ਸਨ ਪੈਸੇ, ਜਿਹੜੇ ਗਾਗਰਾਂ ਵਿੱਚ ਪਾ ਕੇ। ਤੇ ਸਤਿਗੁਰੂ ਜੀ ਕਹਿੰਦੇ ਨੇ ਵੀ ਜਿੰਨਾ ਧਨ ਸਭ ਕੁਝ ਜਦੋਂ ਤੇਰੇ ਪ੍ਰਾਣ ਨਿਕਲਣੇ ਨਾ, ਸਾਰਾ ਕੁਝ ਬੇਗਾਨਾ ਹੋ ਜਾਣਾ ਹੈ, ਸਾਰਾ ਕੁਝ ਬੇਗਾਨਾ। ਇਸ ਮਾਇਆ ਦੀ ਖਾਤਰ ਸਾਰੀ ਜ਼ਿੰਦਗੀ ਇਹਦੀ ਦੌੜ ਭੱਜ ਕਰਦਾ ਹੈ। ਹਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੇ। ਹਸਮ ਮਾਲਕ ਜਦੋਂ ਮਰ ਜਾਂਦਾ ਨਾ, ਮਾਇਆ ਦਾ ਮਾਇਆ ਰੋਂਦੀ ਹੈ ਵੀ ਮੈਨੂੰ ਕਮਾਉਣ ਵਾਲਾ ਮਰ ਗਿਆ।
ਉਹਦਾ ਮਾਲਕ ਨਾ ਤਿਆਰ ਹੀ ਬੈਠਾ ਹੁੰਦਾ ਪਿੱਛੇ, ਪੁੱਤਰ ਤਾਂ ਬੈਠੇ ਹੁੰਦੇ ਨੇ ਕਿਉਂਕਿ ਫਿਰ ਉਹ ਲੈ ਜਾਂਦੇ ਨੇ। ਸਤਿਗੁਰੂ ਕਹਿੰਦੇ ਨੇ ਮਾਇਆ ਇੱਕ ਪਲ ਵਿੱਚ ਬੇਗਾਨੀ ਹੋ ਗਈ, ਉਹਨੇ ਤਾਂ ਫਿਰ ਆਪਣਾ ਮਾਲਕ ਇੱਕ ਪਲ ਵਿੱਚ ਹੀ ਬਦਲ ਲਿਆ। ਇਸ ਕਰਕੇ ਜਿਤਨਾ ਪੈਸਾ, ਜਿਤਨਾ ਘਰ-ਬਾਰ, ਧਨ ਦੌਲਤ ਨੂੰ ਜੋੜਿਆ ਹੋਇਆ ਹੈ, ਇੱਕ ਪਲ ਵਿੱਚ ਸਾਰਾ ਕੁਝ ਬੇਗਾਨਾ ਹੋ ਜਾਣਾ ਹੈ। ਚੇਤ ਰੇ ਚੇਤ ਅਚੇਤ ਮਹਾਪਸ ਅੰਤ ਕੀ ਪਾਰ ਅਕੇਲੋਈ ਜੈ। ਸਤਿਗੁਰੂ ਕਲਗੀਧਰ ਜੀ ਕਹਿੰਦੇ ਹੈ ਅਚੇਤ ਹੈ ਅਗਿਆਨੀ ਮਹਾਪਸ਼ੂ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੇ, ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰੇ, ਕਿਉਂਕਿ ਜਦੋਂ ਅੰਤ ਕਾਲ ਆਉਣਾ ਇਸ ਦੁਨੀਆ ਤੋਂ ਤੂੰ ਇਕੱਲੇ ਨਹੀਂ ਜਾਣਾ, ਤੇਰੇ ਨਾਲ ਦੁਨੀਆ ਦੇ ਪਦਾਰਥ, ਦੁਨੀਆ ਦੇ ਭੰਡਾਰ, ਘਰ-ਬਾਰ ਕੁਛ ਨਹੀਂ ਜਾਣਾ। ਜਦੋਂ ਕਾਰਨ ਬਾਦਸ਼ਾਹ ਕੋਲ ਗੁਰੂ ਨਾਨਕ ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਜਾਂਦੇ ਨੇ, ਉਹਨੇ 42 ਗੰਜ ਜੋੜੇ ਸਨ ਮਾਇਆ ਨਾਲ, ਲੋਕਾਂ ਦੀਆਂ ਕਬਰਾਂ ਵਿੱਚੋਂ ਵੀ ਰੁਪਈਆ ਕਢਾ ਲਿਆ। ਉਸ ਸਮੇਂ ਵਿੱਚ ਰੀਤ ਹੋਣੀ ਹੈ ਵੀ ਜਦੋਂ ਕੋਈ ਚੜਾਈ ਕਰਦਾ ਸੀ ਨਾ, ਮੂੰਹ ਤੇ ਰੁਪਈਆ ਪਾ ਕੇ ਰੱਖ ਦਿੰਦੇ, ਸਾਨੂੰ ਵੀ ਕਢਾ ਲਏ ਉਹਨੇ, ਕਬਰਾਂ ਪਟਾ ਦਿੱਤੀਆਂ। ਇਸਲਾਮ ਦੇ ਵਿੱਚ ਕਬਰ ਪਟਣੀ ਸ਼ਰਾਬ ਦੇ ਵਿੱਚ ਮੰਨੀ ਜਾਂਦੀ ਹੈ। ਤੇ ਜਦੋਂ ਸਤਿਗੁਰੂ ਜੀ ਗਏ ਤੇ ਉਹਦੇ ਘਰ ਦੇ ਦਰਵਾਜ਼ੇ ਮੂਹਰੇ ਬਹਿ ਗਏ ਪਾਤਸ਼ਾਹ। ਦਰਬਾਨਾਂ ਨੂੰ ਕਹਿੰਦੇ ਨੇ ਵੀ ਜਾ ਕੇ ਬਾਦਸ਼ਾਹ ਨੂੰ ਕਹੋ ਵੀ ਕੋਈ ਫਕੀਰ ਤੈਨੂੰ ਮਿਲਣਾ ਚਾਹੁੰਦਾ। ਦਰਬਾਨ ਗਏ, ਆਖਦੇ ਵੀ ਕੋਈ ਸੰਤ ਮਿਲਣ ਆਇਆ, ਕਹਿੰਦਾ ਜੀ ਅੰਦਰ ਲੈ ਆਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਵਾਬ ਦਿੱਤਾ ਵੀ ਅਸਾਂ ਨਹੀਂ ਜਾਣਾ, ਉਹਨੂੰ ਕਹੋ ਵੀ ਜੇ ਮਿਲਣਾ ਨਹੀਂ ਤੇ ਅਸੀਂ ਚੱਲੇ ਹਾਂ। ਕਾਰੂ ਨੇ ਸੋਚਿਆ ਵੀ ਕਿਤੇ ਕੋਈ ਪਾਰਸੀ ਨਾ ਹੋਵੇ ਇਹਨਾਂ ਦੇ ਕੋਲ, ਸ਼ਾਇਦ ਮੈਨੂੰ ਦੇ ਜਾਣ। ਫਿਰ ਆ ਗਿਆ, ਮਹਾਰਾਜ ਦਾ ਰੋੜ ਇਕੱਠੇ ਕਰਨ ਲੱਗ ਪਏ। ਉਹਨੂੰ ਵੇਖ ਕੇ ਰੋੜਿਆਂ ਦਾ ਢੇਰ ਲਾਈ ਜਾਂਦੇ ਵੇਖ ਕੇ ਕਹਿੰਦਾ ਵਕੀਲ ਸਾਈਂ ਕੀ ਕਰਦੇ ਹੋ? ਮਹਾਰਾਜ ਜੀ ਕਹਿੰਦੇ ਵੀ ਰੋੜੇ ਇਕੱਠੇ ਕਰਦੇ ਆ। ਇਹ ਕੀ ਕਰਦੇ ਨੇ, ਕਿਸੇ ਕੰਮ ਦੇ ਹੈ ਰਹੇ? ਸਤਿਗੁਰੂ ਕਹਿੰਦੇ ਨਾਲ ਦਰਗਾਹ 'ਚ ਲੈ ਕੇ ਜਾਵਾਂਗੇ, ਜਦੋਂ ਸਰੀਰ ਛੱਡਣਾ ਨਾਲ ਲੈ ਕੇ ਜਾਣ। ਹੱਸ ਪਿਆ ਆਖਣ ਲੱਗਾ ਸੰਤ ਜੀ ਇਹ ਰੋੜ ਥੋੜਾ ਕਿਸੇ ਦੇ ਨਾਲ ਜਾਂਦੇ, ਬੰਦੇ ਦਾ ਸਰੀਰ ਤਾਂ ਨਾਲ ਨਹੀਂ ਜਾਂਦਾ, ਰੋੜੇ ਕਿੱਥੋਂ ਨਾਲ ਚਲੇ ਜਾਣਗੇ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜੇ ਇਹ 4 ਰੋੜੇ ਮੇਰੇ ਨਾਲ ਨਹੀਂ ਜਾਣੇ ਤੇ ਜਿਹੜੇ 42 ਗੰਜ ਜੋੜੀ ਬੈਠਾ ਉਹ ਤੇਰੇ ਨਾਲ ਚਲੇ ਜਾਣੇ, ਉਹ ਤੇਰੇ ਨਾਲ ਤੁਰ ਜਾਣੇ। ਉੱਥੇ ਨਸੀਹਤਨਾਮਾ ਉਚਾਰ ਕੇ ਕਹਿੰਦੇ 42 ਗੰਜ ਜੋੜਿਓ ਨਾ ਰੱਖਿਓ ਦੀਵਾਨ, ਦੇਖੋ ਰੇ ਲੋਕੋ ਕਾਰਨ ਹੋਤਾ ਕ੍ਰਿਸ਼ਨ। ਮਹਾਰਾਜ ਕਹਿੰਦੇ 42 ਗੰਜ ਜੋੜੇ ਕਾਰਨ ਬਾਦਸ਼ਾਹ ਨੇ, ਧਰਮ ਨਹੀਂ ਰੱਖਿਆ ਆਪਣਾ, ਧਰਮ ਛਿਪੇ ਟੰਗ ਕੇ 42 ਗੰਜ ਜੋੜੇ। ਅੱਜ ਦੁਨੀਆ ਦੇ ਲੋਕੋ ਵੇਖੋ ਜਿੰਨਾ ਧਨ ਜੋੜਿਆ ਕਾਰਨ ਉਹਨਾਂ ਹੀ ਪਰੇਸ਼ਾਨ ਹੋ ਰਹੇ। ਧਨ ਸਾਡੀ ਲੋੜ ਹੈ ਜੀ ਸੰਸਾਰਿਕ ਦੁਨਿਆਵੀ ਜੀਵਨ ਵਾਸਤੇ, ਪਰ ਇਹ ਨਾਲ ਨਹੀਂ ਜਾਣਾ, ਇਹ ਤਾਂ ਸੱਚਾਈ ਹੈ। ਮਹਾਰਾਜ ਇਹ ਸਮਝਾਉਣਾ ਚਾਹੁੰਦੇ ਨੇ ਕਿ ਜਿੱਥੇ ਧਨ ਇਕੱਠਾ ਕਰਦੇ ਹੋ ਸਰੀਰ ਵਾਸਤੇ, ਉੱਥੇ ਨਾਲ ਬੰਦਗੀ ਦਾ ਧਨ ਵੀ ਇਕੱਠਾ ਕਰੋ। ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਬੜਾ ਪਿਆਰਾ ਵਚਨ ਲਿਖਿਆ, ਬਾਣੀ ਪੜ੍ਹਦੇ ਹੋ, ਨਿਤਨੇਮ ਕਰਦੇ ਹੋ, ਉੱਥੇ ਘੱਟੋ ਘੱਟ 5 ਮਿੰਟ ਚੌਂਕੜਾ ਮਾਰ ਕੇ ਵਾਹਿਗੁਰੂ 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 ਕਰਿਆ ਕਰੋ। ਕਹਿੰਦੇ ਜਿਸ ਦਿਨ ਤੁਸੀਂ ਦੁਨੀਆ ਤੋਂ ਜਾਓਗੇ ਨਾ, ਜਿਵੇਂ ਰੁਪਈਆ ਇਕੱਠਾ ਕਰ ਲਈਦਾ ਤੇ ਬਹੁਤੀ ਮਾਇਆ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਅੰਤਕਾਲ ਦੁਨੀਆ ਤੋਂ ਜਾਓਗੇ ਤੇ ਤੁਹਾਡੇ ਕੋਲ ਵੀ ਨਾਮ ਰੂਪੀ ਧਨ ਹੋਏਗਾ, ਜਿਹਨੂੰ ਅੱਗੇ ਜਾ ਕੇ ਖਰਚ ਸਕੋਗੇ। ਘੱਟੋ ਘੱਟ ਕਹਿੰਦੇ 5 ਮਿੰਟ ਸਿਮਰਨ ਸਾਧਨਾ ਹਰ ਇੱਕ ਸਿੱਖ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਇੱਥੇ ਵਾਸਤੇ ਧਨ ਜੋੜਿਆ, ਆਪਾਂ ਅੱਗੇ ਵਾਸਤੇ ਵੀ ਕੁਝ ਜੋੜਨਾ ਹੈ। ਇਹ ਸਾਰੇ ਪ੍ਰਕਰਨ ਜਿੰਨੇ ਵੀ ਸਰਵਣ ਕੀਤੇ ਨੇ, ਸਾਰਿਆਂ ਦਾ ਸਿਧਾਂਤ ਇਹੀ ਹੈ। ਮਹਾਰਾਜ ਜੀ ਕਹਿੰਦੇ ਚੇਤ ਅਚੇਤ ਅਚੇਤ ਮਹਾਪਸ ਅੰਤ ਕੀ ਬਾਰ ਅਕੇਲੋ ਹੀ ਜੈ ਹੈ। ਇਹ ਮਹਾਪਸ਼ੂ ਵਾਹਿਗੁਰੂ ਨੂੰ ਚੇਤੇ ਕਰ, ਕਿਉਂਕਿ ਅੰਤ ਕੀ ਬਾਰ, ਅੰਤ ਵੇਲੇ ਤੂੰ ਇਕੱਲੇ ਨੇ ਦੁਨੀਆ ਤੋਂ ਜਾਣਾ, ਤੇਰੇ ਨਾਲ ਨਹੀਂ ਜਾਣਾ। ਤੇ ਮਾਤ ਪਿਤਾ ਸੁਖ ਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਿੱਥੇ ਕਿਸੇ ਤੇਰੀ ਸਹਾਇਤਾ ਨਹੀਂ ਕਰਨੀ, ਮੇਰੇ ਮਨ ਉੱਥੇ ਪਰਮੇਸ਼ਰ ਦੇ ਨਾਮ ਨੇ ਤੇਰੀ ਸਹਾਇਤਾ ਕਰਨੀ ਹੈ। ਇੱਥੇ 33 ਸਵਈਆਂ ਦੀ ਸਮਾਪਤੀ ਹੁੰਦੀ ਹੈ, ਜਿਹੜੇ ਸ੍ਰੀ ਦਸਮ ਦੇ ਸਰੂਪਾਂ 'ਚ ਮਿਲਦੇ ਨੇ। ਇੱਕ ਸਵਈਆ ਹੋਰ ਹੈ 34 ਨੰਬਰ ਸਵਈਆ,
ਇਹ 34 ਨੰਬਰ ਸਵਈਆ ਕੇਵਲ ਤਾਂ ਕੇਵਲ ਇੱਕੋ ਹੀ ਸਰੂਪ ਦੇ ਵਿੱਚ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ, ਜਿਹੜਾ ਸਰੂਪ ਸ੍ਰੀ ਹਜ਼ੂਰ ਸਾਹਿਬ ਦੇ ਤੋਸ਼ੇਖਾਨੇ ਵਿੱਚ ਪਿਆ ਹੋਇਆ। ਇਹ 34 ਨੰਬਰ ਸਵਈਆ ਮਹਾਰਾਜ ਕਲਗੀਧਰ ਜੀ ਨੇ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਜਾ ਕੇ ਉਚਾਰਨ ਕੀਤਾ ਸੀ, ਕਿਉਂਕਿ ਇਸ ਤੋਂ ਪਹਿਲਾਂ ਭਾਈ ਮਨੀ ਸਿੰਘ ਜੀ ਨੇ ਬੀੜਾਂ ਬੰਨ੍ਹ ਦਿੱਤੀਆਂ ਸਨ ਤੇ ਜਿਹੜੀ ਬੀੜ ਹਜ਼ੂਰ ਸਾਹਿਬ ਦੀ ਹੈ ਉਸ ਬੀੜ ਦੇ ਵਿੱਚ ਇਹ 34 ਨੰਬਰ ਸਵਈਆ, ਬਾਕੀ ਕਿਸੇ ਹੋਰ ਬੀੜ ਵਿੱਚ ਇਹ ਨਹੀਂ ਮਿਲਦਾ। ਆਓ ਜਿਹੜਾ 34 ਨੰਬਰ ਸਵਈਆ ਇਹ ਸਰਵਣ ਕਰਕੇ ਫਿਰ ਖਾਲਸਾ ਮਹਿਮਾ ਦੇ ਜਿਹੜੇ 3 ਸਵਈਏ ਨੇ ਉਹ ਵੀ ਆਪਾਂ ਨਾਲ ਸਰਵਣ ਕਰਦੇ ਹਾਂ। ਹਾਂਜੀ। ਸਵਈਆ ਜਿਸ ਕੇ ਗੁਰ ਮਸਤਕ ਹੱਥ ਧਰਿਓ ਜਾਣਤ ਹੈ ਸਭ ਕੇ ਘਟ ਕੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਨ ਕਰਦੇ, ਜਿਹਦੇ ਮਸਤਕ ਤੇ ਗੁਰੂ ਨੇ ਕਿਰਪਾ ਭਰਿਆ ਹੱਥ ਰੱਖ ਦਿੱਤਾ ਨਾ, ਉਹਦੇ ਅੰਦਰ ਬ੍ਰਹਮ ਦਾ ਪ੍ਰਕਾਸ਼ ਮਹਾਰਾਜ ਕਰ ਦਿੰਦੇ। ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਤਾ। ਮੇਰੇ ਗੁਰੂ ਨੇ ਮੇਰੇ ਮਸਤਕ ਤੇ ਕਿਰਪਾ ਭਰਿਆ, ਜਦੋਂ ਹੱਥ ਰੱਖ ਦਿੱਤਾ ਮੇਰੇ ਹਿਰਦੇ ਵਿੱਚ ਨਾਮ ਦਾ ਰਤਨ ਵਸ ਗਿਆ। ਜਿਨ੍ਹਾਂ ਦੇ ਮਸਤਕ ਤੇ ਮੇਰੇ ਪਾਤਸ਼ਾਹ ਨੇ ਕਿਰਪਾ ਭਰਿਆ ਹੱਥ ਰੱਖ ਦਿੱਤਾ, ਉਹਦੇ ਅੰਦਰ ਬ੍ਰਹਮ ਦਾ ਪ੍ਰਕਾਸ਼ ਹੋ ਗਿਆ। ਫਿਰ ਉਹ ਸਾਰਿਆਂ ਦੇ ਹਿਰਦੇ ਦੀ ਜਾਣਨ ਲੱਗ ਪਿਆ, ਕਿਉਂਕਿ ਉਹਨਾਂ ਨੂੰ ਸਾਰਿਆਂ ਵਿੱਚੋਂ ਪਰਮੇਸ਼ਰ ਦੇ ਦੀਦਾਰ ਹੋਣ ਲੱਗ ਪਏ। ਅੰਦਰ ਗਿਆਨ ਪ੍ਰਕਾਸ਼ ਭਇਓ ਹੈ ਆਸਾ ਮਨਸਾ ਸਭ ਛੱਡ ਕੀ। ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ, ਗਿਆਨ ਦਾ ਚਾਨਣਾ ਹੋ ਗਿਆ। ਅੰਦਰ ਦੀ ਜਿਹੜੀ ਮਨਸਾ ਬੁੱਧੀ ਹੈ, ਬੁੱਧੀ ਦੇ ਵਿੱਚੋਂ ਸਾਰੀਆਂ ਆਸਾਵਾਂ ਜਿਹੜੀਆਂ ਨੇ ਉਹ ਨਸ਼ਟ ਹੋ ਗਈਆਂ। ਆਸਾ ਕੋਈ ਨਹੀਂ ਰਹੀ, ਆਸ ਖਤਮ ਹੋ ਗਈ। ਆਸ ਦਾ ਪੂਰਨ ਹੋਣਾ ਕੀ ਹੈ ਜੀ? ਜਦੋਂ ਪਰਮੇਸ਼ਰ ਮਿਲ ਜਾਏ, ਇਹ ਹੈ ਜੀ ਆਸ ਦਾ ਪੂਰਨ ਹੋਣਾ। ਪਰਮੇਸ਼ਰ ਦੀ ਆਸ ਹਰ ਤਰ੍ਹਾਂ ਦੀ ਆਸ ਪੂਰਨ ਕਰ ਦਿੰਦੀ ਹੈ। ਕਬੀਰ ਆਸਾ ਕਰ ਗਿਆ ਰਾਮ ਕੀ ਅਵਰੈ ਆਸ ਨਿਰਾਸ। ਇੱਕ ਪਰਮੇਸ਼ਰ ਅਕਾਲ ਪੁਰਖ ਦੀ ਆਸ ਕਰਨੀ ਚਾਹੀਦੀ ਹੈ, ਬਾਕੀ ਹੋਰ ਜਿਹੜੀ ਆਸ ਉਹਦੇ ਤੋਂ ਨਿਰਾਸ਼ ਰਹਿਣਾ ਚਾਹੀਦਾ ਹੈ। ਜਿਹੜਾ ਪਰਮੇਸ਼ਰ ਦੀ ਆਸ ਕਰਦਾ ਉਹਦੀਆਂ ਸਾਰੀਆਂ ਆਸਾਂ ਪੂਰਨ ਹੋ ਜਾਂਦੀਆਂ। ਜਦੋਂ ਹਿਰਦੇ ਵਿੱਚ ਗਿਆਨ ਦੇ ਰਤਨ ਦਾ ਪ੍ਰਕਾਸ਼ ਹੋਇਆ, ਮਹਾਰਾਜ ਕਹਿੰਦੇ ਅੰਦਰ ਦੀਆਂ ਸਾਰੀਆਂ ਆਸਾਵਾਂ ਜਿਹੜੀਆਂ ਇੱਛਾਵਾਂ ਉਹ ਨਸ਼ਟ ਹੋ ਗਈਆਂ ਹਨ। ਆਤਮ ਚੀਨ ਪਰਾਤਮ ਚਿਨਿਓ ਫੋਰ ਦੇ ਬ੍ਰਹਮ ਕੀ ਮਟਕੀ। ਗੁਰੂ ਨੇ ਕਿਰਪਾ ਕਰਕੇ ਜਦੋਂ ਭਰਮ ਦੀ ਮਟਕੀ ਫੋੜ ਦਿੱਤੀ। ਮਟਕੀ ਘੜੇ ਨੂੰ ਕਹਿੰਦੇ, ਜਿਵੇਂ ਮਟਕਾ ਹੁੰਦਾ ਛੋਟੀ ਜਿਹੀ ਘੜੀ ਹੁੰਦੀ ਹੈ, ਜਿਹੜੀ ਸਾਡੇ ਅੰਦਰ ਭਰਮ ਦੀ ਮਟਕੀ ਸੀ, ਗੁਰੂ ਨੇ ਜਦੋਂ ਉਹ ਤੋੜ ਦਿੱਤੀ, ਫਿਰ ਆਪਣੀ ਆਤਮਾ ਨੂੰ ਜਾਣਿਆ। ਕਿਉਂਕਿ ਭਰਮ ਕਰਕੇ ਅਗਿਆਨ ਕਰਕੇ ਆਪਣੇ ਸਰੂਪ ਨੂੰ ਭੁੱਲ ਗਿਆ ਸੀ। ਗੁਰੂ ਨੇ ਉਹ ਭਰਮ ਦਾ ਪਰਦਾ ਲਾ ਦਿੱਤਾ। ਭਰਮ ਦੇ ਪਰਦੇ ਦੇ ਉਤਰਦੇ ਆਏ ਜੋ ਅੰਦਰ ਆਤਮਾ ਸੀ ਉਹਨੂੰ ਜਾਣਿਆ। ਆਤਮਾ ਨੂੰ ਜਾਣਨ ਦੇ ਨਾਲ ਪ੍ਰਾਤਮ ਕਹਿੰਦੇ ਜੋ ਪਰਮ ਪਰਮੇਸ਼ਰ ਅਕਾਲ ਪੁਰਖ ਉਹਨੂੰ ਜਾਣ ਲਿਆ। ਕਿਉਂਕਿ ਆਤਮਾ ਉਸੇ ਦਾ ਹੀ ਪ੍ਰਕਾਸ਼, ਉਸੇ ਦਾ ਹੀ ਰੂਪ ਹੈ। ਆਤਮਾ ਤੇ ਜਾਣਿਆ ਹੀ ਪਰਮੇਸ਼ਰ ਨੂੰ ਜਾਣ ਲਿਆ ਹੈ। ਭੂਖ ਸੁਖ ਸਭ ਤਿਆਗ ਦੇਉ ਹੈ ਰਾਮ ਰਸਾਇਨ ਸੇ ਅਟਕੀ। ਜਦੋਂ ਵਿਅਕਤੀ ਪਰਮੇਸ਼ਰ ਦੇ ਨਾਮ ਦੇ ਰਸਾਇਣ ਵਿੱਚ ਅਟਕ ਗਏ। ਰਸਾਇਣ ਕਿਹਨੂੰ ਕਹਿੰਦੇ ਜੀ? ਰਸਾਂ ਦਾ ਘਰ। ਦੁਨੀਆ ਦੇ ਸਮਗਰ ਰਸ ਜਿਹੜੇ ਪਰਮੇਸ਼ਰ ਦੇ ਨਾਮ ਦੇ ਰਸ ਦੇ ਵਿੱਚ ਆਉਂਦੇ ਨੇ। ਜਦੋਂ ਵਿਅਕਤੀ ਜਾ ਕੇ ਨਾਮ ਦੇ ਰਸ ਵਿੱਚ ਅਟਕ ਗਈ, ਪਾਤਸ਼ਾਹ ਜੀ ਕਹਿੰਦੇ ਜਿੰਨੇ ਵੀ ਦੁੱਖ ਤੇ ਸੁੱਖ ਸਨ ਸਾਰੇ ਅੰਦਰੋਂ ਨਾਸ਼ ਹੋ ਗਏ। ਕੋਈ ਦੁੱਖ ਨਹੀਂ ਰਿਹਾ, ਕੋਈ ਸੁੱਖ ਨਹੀਂ ਰਿਹਾ। ਕਿਉਂਕਿ ਜਿਹੜਾ ਆਨੰਦ ਹੈ ਜੀ ਉਹ ਜੀਵਨ ਨੂੰ ਟਿਕਾ ਬਖਸ਼ਦਾ ਹੈ। ਆਨੰਦ ਤੋਂ ਬਿਨਾਂ ਜੀਵਨ ਦੇ ਵਿੱਚ ਭਟਕਣਾ ਰਹਿੰਦੀ ਹੈ। ਪੁੰਨ ਕਰਕੇ ਕਦੇ ਸੁੱਖ ਪੈਦਾ ਹੁੰਦੇ ਨੇ, ਪਾਪ ਕਰਕੇ ਕਦੇ ਹਿਰਦੇ ਵਿੱਚ ਦੁੱਖ ਪੈਦਾ ਹੋ ਜਾਂਦੇ ਨੇ। ਪਰ ਸਤਿਗੁਰਾਂ ਦੀ ਐਸੀ ਕਿਰਪਾ ਹੋਈ ਜੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਸੁਖ ਸੁਨੇਹੋ ਹਰ ਪੈ ਨਹੀਂ ਜਾਗੈ ਕੰਚਨ ਮਾਟੀ ਮੰਨਦਾ। ਜਿਨ੍ਹਾਂ ਦੀ ਵਰਗੀ ਨਾਮ ਦੇ ਰਸ ਵਿੱਚ ਜਾ ਕੇ ਅਟਕ ਜਾਂਦੀ ਹੈ, ਉਹਨਾਂ ਨੂੰ ਦੁਨੀਆ ਦਾ ਕੋਈ ਰਸ ਨਹੀਂ ਪਾਉਂਦਾ। ਦੁਨੀਆ ਦੇ ਜਿਤਨੇ ਵੀ ਰਸ ਨੇ, ਸੁੱਖ ਦੁੱਖ ਨੇ, ਸੁੱਖ ਨੂੰ ਗੁਰਮੁਖ ਪਿਆਰੇ ਸੁੱਖ ਕਰਕੇ ਨਹੀਂ ਮੰਨਦੇ, ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦੇ। ਇਥੋਂ ਤਾਈ ਕਿ ਕੰਚਨ ਜਿਹੜਾ ਸੋਨਾ ਹੈ ਉਹਨੂੰ ਵੀ ਮਿੱਟੀ ਕਰਕੇ ਮੰਨਦੇ ਨੇ। ਨਾਮ ਦਾ ਐਸਾ ਰਸ ਜਦੋਂ ਹਿਰਦੇ ਵਿੱਚ ਪੈਦਾ ਹੁੰਦਾ ਹੈ,
ਇਹ 34 ਨੰਬਰ ਸਵਈਆ ਹੈ ਜਿਹੜੇ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਹਜ਼ੂਰ ਸਾਹਿਬ ਉਚਾਰਨ ਕੀਤਾ ਹੈ। ਇੱਥੇ ਇਹਨਾਂ ਸਵਈਆਂ ਦੀ ਸਮਾਪਤੀ ਹੈ ਜੀ। ਇੱਕ ਸਵਈਏ ਜਿਹੜੇ ਖਾਲਸਾ ਮਹਿਮਾਨ ਦੇ ਨੇ ਉਹ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਨੇ, ਕਿਉਂਕਿ ਖਾਲਸੇ ਪੰਥ ਦਾ ਸਾਜਣਾ ਦਿਵਸ ਆ ਰਿਹਾ ਹੈ। ਇੱਥੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਮਨ ਵੀ ਲੱਗਦਾ ਜਦੋਂ ਅਖੰਡ ਪਾਠ ਸਾਹਿਬ ਹੁੰਦੇ ਨੇ। ਇਹ ਸਵਈਆ ਮਹਾਰਾਜ ਨੇ ਕਦੋਂ ਉਚਾਰਿਆ, ਇਹਦੇ ਦੋ ਪ੍ਰਸੰਗ ਦਾਸ ਨੇ ਪੜ੍ਹੇ। ਜਿਹੜਾ ਪਹਿਲਾ ਪ੍ਰਸੰਗ ਹੈ ਜੀ, ਕੇਸਵ ਦਾਸ ਨਾਮ ਦਾ ਇੱਕ ਜਿਹੜਾ ਪੰਡਤ ਸੀਗਾ, ਉਹ ਸਤਿਗੁਰੂ ਦਸ਼ਮੇਸ਼ ਪਿਤਾ ਦੇ ਚਰਨਾਂ ਵਿੱਚ ਆਇਆ। ਡਾਕਟਰ ਭਾਈ ਵੀਰ ਸਿੰਘ ਜੀ ਨੇ ਦੇਵੀ ਪ੍ਰਗਟ ਕਰਨ ਦਾ ਇੱਕ ਪ੍ਰਸੰਗ ਲਿਖਿਆ, ਜਿਹਨੂੰ ਸਾਡੇ ਕੁਝ ਪ੍ਰਚਾਰਕਾਂ ਨੇ ਤਰੋੜ ਮਰੋੜ ਕੇ ਪ੍ਰਚਾਰ ਕੀਤਾ ਹੈ ਦੁਨੀਆ ਦੇ ਅੰਦਰ, ਔਰ ਇਸ ਪ੍ਰਸੰਗ ਦਾ ਡਟ ਕੇ ਵਿਰੋਧ ਕੀਤਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੀ ਸੋਹਣੀ ਕਥਾ ਲਿਖੀ ਹੈ ਵੀ ਅਸਲ ਵਿੱਚ ਦੇਵੀ ਪ੍ਰਗਟ ਕਰਨ ਦਾ ਪ੍ਰਕਰਨ ਕੀ ਸੀ। ਸਤਿਗੁਰੂ ਜੀ ਅਸਲ ਜੀ ਨਾਲ ਝੂਠੇ ਲੋਕਾਂ ਦਾ ਪਾਲ ਘੇਰਨਾ ਚਾਹੁੰਦੇ ਸਨ। ਇੱਕ ਗ੍ਰੰਥ ਵਿੱਚ ਮਹਾਂਪੁਰਸ਼ ਬਾਬਾ ਤੇਜਾ ਸਿੰਘ ਜੀ ਮਹਿਰੋਂ ਕਲਾਂ ਵਾਲੇ, ਜਿਹਨਾਂ ਦਸਮ ਦਾ ਟੀਕਾ ਕੀਤਾ, ਉਹ ਪ੍ਰਸੰਗ ਲਿਖਦੇ ਨੇ ਕਿ ਸਤਿਗੁਰਾਂ ਨੇ ਇੱਕ ਪੰਡਾਲ ਲਵਾਇਆ ਜਿਹਦੇ ਵਿੱਚ ਸ਼ਾਕਾਹਾਰੀ ਤੇ ਮਾਸਾਹਾਰੀ ਦੋ ਪ੍ਰਕਾਰ ਦੇ ਭੋਜਨ ਆਖਿਆ। ਜਿਹੜਾ ਸ਼ਾਕਾਹਾਰੀ ਭੋਜਨ ਛਕੇਗਾ ਉਹਨੂੰ 1 ਰੁਪਈਆ ਤੇ ਜਿਹੜਾ ਮਾਸਾਹਾਰੀ ਛਕੇਗਾ ਉਹਨੂੰ ਦਿਨਾਰ ਸੋਨੇ ਦੀ ਮੁਹਰ। ਬਹੁਤਾਤ ਦੇ ਵਿੱਚ ਜਿਹੜੇ ਸਾਂਝੇ ਉਹਨਾਂ ਨੇ ਜਾ ਕੇ ਮਾਸਾਹਾਰੀ ਭੋਜਨ ਛਕਿਆ। ਕਿ ਕੇਸਵ ਦਾਸ ਉਹਦੇ ਨਾਲ 2 ਜਣੇ ਹੋਰ ਸਨ ਜਿਨ੍ਹਾਂ ਸ਼ਾਕਾਹਾਰੀ ਭੋਜਨ ਛਕਿਆ। ਜਿਹੜੇ ਮਾਸਾਹਾਰੀ ਸਨ, ਮਹਾਰਾਜ ਨੇ ਉਹਨਾਂ ਨੂੰ ਆਖਿਆ ਨਹੀਂ ਤੁਸੀਂ ਜਾਓ, ਤੁਸੀਂ ਯੱਗ ਕਰਨ ਦੇ ਯੋਗ ਨਹੀਂ। ਕੇਸਵ ਦਾਸ ਤੇ ਉਹਦੇ ਨਾਲ ਦੇ 2 ਜਣਿਆਂ ਨੂੰ ਮਹਾਰਾਜ ਨੇ ਕੋਲ ਸੱਦਿਆ। ਸਤਿਗੁਰੂ ਜੀ ਕਲਗੀਧਰ ਜੀ ਕਹਿਣ ਲੱਗੇ ਵੀ ਤੁਸੀਂ ਦਾਅਵਾ ਕਰਦੇ ਹੋ ਅਸੀਂ ਦੇਵੀ ਪ੍ਰਗਟ ਕਰਾਂਗੇ, ਸਮੱਗਰੀ ਅਸੀਂ ਤੁਹਾਨੂੰ ਦੇਵਾਂਗੇ, ਜਾਓ ਤੁਸੀਂ ਜਾ ਕੇ ਦੇਵੀ ਪ੍ਰਗਟ ਕਰੋ। ਅੱਜ ਇੱਥੇ ਨੈਣਾ ਦੇਵੀ ਦਾ ਟੱਲਾ ਇੱਥੇ ਗਏ ਦੇਵੀ ਪ੍ਰਗਟ ਕਰਨ ਵਾਸਤੇ। ਸਾਰੀ ਸਮੱਗਰੀ ਰਸਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀਆਂ। ਸ਼ਾਮ ਪੈ ਗਈ, ਦੇਵੀ ਪ੍ਰਗਟ ਨਹੀਂ ਹੋਈ। ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ ਕੇਸਵ ਦਾਸ ਅਜੇ ਤਾਈਂ ਦੇਵੀ ਪ੍ਰਗਟ ਨਹੀਂ ਹੋਈ। ਨਹੀਂ ਮਹਾਰਾਜ, ਉਹਨੂੰ ਕਿਸੇ ਕੁਝ ਜਾਤੀ ਦੇ ਪੁੱਤਰ ਦੀ ਬਲੀ ਦੀ ਲੋੜ ਹੈ। ਕੇਸਵ ਦਾਸ ਨੇ ਗੱਲ ਬਣਾ ਲਈ, ਕਿਉਂਕਿ ਉਹਨੂੰ ਪਤਾ ਸੀ ਕਿ ਪੁੱਤਰ ਕੋਈ ਵੀ ਬਲੀਦਾਨ ਦੇ ਵਿੱਚ ਨਹੀਂ ਦੇਵੇਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਕੁਝ ਜਾਤੀ ਦਾ ਤੇਰੇ ਤੋਂ ਵੱਡਾ ਹੋਰ ਭਗਵਾਨ ਦਾ ਪੁੱਤਰ ਕੌਣ ਹੋ ਸਕਦਾ, ਚੱਲ ਤੇਰੀ ਬਲੀ ਦੇ ਲਈ। ਬਾਬਾ ਤੇਜਾ ਸਿੰਘ ਜੀ ਲਿਖਦੇ ਨੇ ਕਿ ਜਦੋਂ ਮਹਾਰਾਜ ਕਲਗੀਧਰ ਜੀ ਗਏ ਨਾ, ਆਪ ਚੱਲ ਕੇ ਉੱਥੇ ਕਹਿੰਦੇ ਜਿੰਨੀ ਵੀ ਸਮੱਗਰੀ ਸੀ ਨਾ ਮਹਾਰਾਜ ਨੇ ਇਕੱਠੀ ਕਰਾ ਲਈ ਸਿੰਘਾਂ ਦੇ ਨਾਲ, ਉਹਨੇ ਹਵਨ ਵਿੱਚ ਪਾਣ ਵਾਸਤੇ ਰੱਖੀ ਸੀ। ਤੇ ਕੇਸਵ ਦਾਸ ਕਹਿੰਦਾ ਮਹਾਰਾਜ ਮੈਂ ਹੁਣੇ ਆ, ਬਸ ਮੁੜ ਕੇ ਨਹੀਂ ਆ, ਤੇ ਲੁਕ ਗਿਆ ਕਿਤੇ ਜਾ ਕੇ। ਸਤਿਗੁਰੂ ਕਲਗੀਧਰ ਜੀ ਨੇ ਸਾਰਾ ਕੁਝ ਚੁੱਕ ਕੇ ਨਾ ਜਿਹੜਾ ਉਹਨਾਂ ਨੇ ਕੁੰਡ ਬਣਾਇਆ ਸੀ ਉਹਦੇ ਵਿੱਚ ਸਟਾਇਆ। ਆਪਣੀ ਤੇਗ ਮਿਆਨ ਦੇ ਵਿੱਚੋਂ ਕੱਢੀ ਖਲ ਖੰਡ ਬਿਹੰਡਨ ਖਾਲਦਲ ਖੰਡਨ ਅਦਰਨ ਮੰਡਨ ਬਰ ਪੜਨ ਕੁਝ ਦੰਡ ਅਖੰਡਨ ਤੇਜ ਪ੍ਰਚੰਡਨ ਜੋਤ ਮੰਡਨ ਭਾਨ ਪ੍ਰਭਮ ਸੰਸੰਤਾ ਕਰਨਨ ਦੁਰਮਤ ਦਰਨਨ ਕਿਲਬਟ ਹਰਨਨ ਅਸਰਨਨ ਜੈ ਜੈ ਜਪਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤਪਾਰਨ ਜੈ ਦੇਵ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਖਿੱਚ ਕੇ ਮਿਆਨ ਵਿੱਚੋਂ ਤਲਵਾਰ ਕੱਢੀ ਨਾ, ਹਵਨ ਕੁੰਡ ਦੇ ਵਿੱਚੋਂ ਦੀ ਉੱਪਰ ਨੂੰ ਕੱਢੀ ਤੇ ਦੂਰ ਤਾਈਂ ਲਿਸ਼ਕਾਰਾ ਪਿਆ ਮਹਾਰਾਜ ਦੀ ਤਲਵਾਰ ਦਾ ਚੱਡੀ ਦਾ। ਅੱਖਾਂ ਝੁਰਿਆਈਆਂ ਗਈਆਂ ਲੋਕਾਂ ਦੀਆਂ, ਕਈਆਂ ਨੂੰ ਭਰਮ ਪੈ ਗਿਆ ਕਿ ਸ਼ਾਇਦ ਦੇਵੀ ਪ੍ਰਗਟ ਹੋ ਗਈ। ਖਾਲਸੇ ਨੇ ਤਾਂ ਦੇਵੀ ਮਿਆਨ ਵਿੱਚ ਰੱਖੀ ਹੋਈ ਆ, ਉਹ ਪ੍ਰਗਟ ਕੀ ਕਰਨਾ ਹੈ। ਆਹ ਤਲਵਾਰ ਜਿਹੜੀ ਸ੍ਰੀ ਸਾਹਿਬ ਹੈ ਨਾ, ਇਹ ਪ੍ਰਗਟ ਕੀਤੀ ਸੀ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਉੱਥੇ, ਜਿਹਨੂੰ ਅਸੀਂ ਪ੍ਰਕਰਨ ਨੂੰ ਉਲਟਾ ਕੇ ਕੁਝ ਹੋਰ ਬਣਾ ਦਿੱਤਾ। ਉੱਥੇ ਸ਼ਬਦ ਵੀ ਮੇਰੇ ਪਾਤਸ਼ਾਹ ਨੇ ਉਚਾਰਨ ਕੀਤਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਜੈ ਜੈ ਜਗਤਾਰਨ ਸ੍ਰਿਸ਼ਟ ਉਤਾਰਨ ਮਮ ਪ੍ਰਤਪਾਰਨ ਜੈ ਤੇਗ। ਆ ਤੇਗ ਹੀ ਹੈ ਸੋ ਖਾਲਸੇ ਦੀ ਦੇਵੀ, ਜਿਹੜੀ ਆਦਿ ਸ਼ਕਤੀ ਆਦਿ ਮਾਤਾ ਜਿਹਨੇ ਸਾਰੇ ਜਗਤ ਦੇ ਉੱਪਰ ਜਿੱਤ ਦੀ ਪ੍ਰਾਪਤੀ ਕੀਤੀ ਹੈ। ਅਗਲੇ ਦਿਨ ਲੰਗਰ ਪਾਣੀ ਦਾ ਪ੍ਰੋਗਰਾਮ ਮਹਾਰਾਜ ਨੇ ਜਿੰਨਾ ਕੋਈ ਪ੍ਰਸ਼ਾਦਾ ਤਿਆਰ ਕੀਤਾ ਸੀ ਨਾ, ਖਾਲਸੇ ਨੂੰ ਬਿਠਾ ਕੇ ਛਕਾ ਦਿੱਤਾ ਤੇ ਕੇਸਵ ਦਾਸ ਨੂੰ ਆ ਗਿਆ ਬਾਹਰ ਵਿੱਚ। ਹੁਣ ਰੌਲਾ ਪੈ ਗਿਆ ਵੀ ਦੇਵੀ ਪ੍ਰਗਟ ਹੋ ਗਈ। ਉਹ ਸੋਚਦਾ ਵੀ ਸ਼ਾਇਦ ਮੇਰੇ ਕਰਕੇ ਹੀ ਪ੍ਰਗਟ ਹੋ ਗਈ।
ਜਦੋਂ ਆਇਆ ਤੇ ਸਿੰਘ ਲੰਗਰ ਛਕਦੇ ਪਏ ਸਨ, ਕਹਿੰਦਾ ਮਹਾਰਾਜ ਇਹ ਬ੍ਰਹਮ ਭੋਜ ਝੂਠਾ ਕਰ ਦਿੱਤਾ, ਮੇਰੇ ਬਿਨਾਂ ਹੀ ਛਕਾ ਦਿੱਤਾ। ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ, ਇਹ ਮੇਰਾ ਖਾਲਸਾ ਹੈ, ਮੇਰੇ ਪਿਆਰੇ ਪੁੱਤਰ ਨੇ, ਉਹਨਾਂ ਨੂੰ ਮੈਂ ਲੰਗਰ ਛਕਾ ਦਿੱਤਾ, ਤੁਸੀਂ ਕਹਿ ਜੋ ਤੁਹਾਨੂੰ ਵੀ ਛਕਾ ਦਿਆਂ। ਨਹੀਂ, ਕਹਿੰਦਾ ਮੇਰਾ ਹੱਕ ਬਣਦਾ ਸੀ। ਫਿਰ ਆਹ ਸੋਈਏ ਮਹਾਰਾਜ ਨੇ ਵਿਚਾਰੇ ਜੀ। ਇੱਕ ਹੋਰ ਕਥਾ ਸਾਡੇ ਉਸਤਾਦ ਜੀ ਸੁਣਾਉਂਦੇ ਸਨ। ਮਾਤਾ ਗੁਜਰੀ ਜੀ ਨੇ ਕੁਝ ਸਮੱਗਰੀ ਤੇਲ, ਦਾਲ, ਚਾਵਲ, ਰਸਤਾਨਾ ਮਹਾਰਾਜ ਨੂੰ ਛੁਆ ਕੇ ਤੇ ਕੇਸਵ ਦਾਸ ਨੂੰ ਦੇ ਦਿੱਤੀਆਂ। ਤੇ ਜਦੋਂ ਕੇਸਵ ਦਾਸ ਬਾਹਰ ਨਿਕਲਣ ਲੱਗਾ ਨਾ ਦਰਬਾਰ ਵਿੱਚੋਂ, ਤੇ ਸਿੰਘਾਂ ਨੇ ਖੋਹ ਲਈਆਂ ਸਾਰੀਆਂ ਵਸਤਾਂ। ਤੇ ਕੇਸਵ ਦਾਸ ਮਾਤਾ ਜੀ ਕੋਲ ਚਲਾ ਗਿਆ। ਮਾਤਾ ਜੀ ਸਿੰਘਾਂ ਨੇ ਸਾਰਾ ਕੁਝ ਖੋਹ ਲਿਆ। ਸਤਿਗੁਰੂ ਕਲਗੀਧਰ ਜੀ ਦੇ ਪਾਸ ਮਾਤਾ ਗੁਜਰੀ ਜੀ ਆਏ, ਕਹਿਣ ਲੱਗੇ ਲਾਲ ਜੀ ਇਹ ਸਿੰਘਾਂ ਨੇ ਮੈਂ ਕੇਸਵ ਦਾਸ ਨੂੰ ਕੁਝ ਸਮੱਗਰੀ ਦਿੱਤੀ ਸੀ ਤੇ ਸਿੰਘਾਂ ਨੇ ਖੋਹ ਲਿਆ। ਮਹਾਰਾਜ ਨੇ ਸਿੰਘਾਂ ਨੂੰ ਸੱਦਿਆ, ਭਾਈ ਤੁਸੀਂ ਇਉਂ ਕਿਉਂ ਕੀਤਾ? ਕਹਿੰਦੇ ਮਹਾਰਾਜ ਇਹਨੂੰ ਭਾਵੇਂ ਰਾਜ ਭਾਗ ਦੇ ਦਿਓ, ਸੋਨਾ ਚਾਂਦੀ ਦੇ ਦਿਓ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਪਰ ਜਿਹੜੀ ਵਸਤੂ ਤੁਹਾਡੇ ਸਰੀਰ ਨੂੰ ਛੂ ਗਈ ਹੈ ਉਹ ਗੁਰੂ ਕੇ ਖਾਲਸੇ ਦੀ ਹੈ, ਉਹ ਇਸ ਦਰਬਾਰ ਤੋਂ ਬਾਹਰ ਨਹੀਂ ਜਾਏਗੀ। ਜਿਹੜੀ ਚੀਜ਼ ਤੁਹਾਡੀ ਉਹ ਸਾਡੀ, ਜੋ ਸਾਡਾ ਤੁਹਾਡਾ ਹੈ, ਤੁਸੀਂ ਆਪਣਾ ਆਪ ਖਾਲਸੇ ਨੂੰ ਸੌਂਪਿਆ। ਮਹਾਰਾਜ ਖਾਲਸੇ ਨੇ ਆਪਣਾ ਆਪ ਤੁਹਾਨੂੰ ਸੌਂਪਿਆ ਤੇ ਤੁਹਾਡੇ ਸੀਸ ਦਾ ਸਾਰਾ ਕੁਝ ਸਾਡਾ ਹੀ ਹੈ, ਉਹਦੇ ਉੱਪਰ ਕਿਸੇ ਦਾ ਹੱਕ ਨਹੀਂ। ਕੇਸਵ ਦਾਸ ਨੂੰ ਮਹਾਰਾਜ ਕਹਿੰਦੇ ਕੋਈ ਨਹੀਂ, ਤੈਨੂੰ ਹੋਰ ਸਮਾਨ ਦੇ ਦਿੰਦੇ ਆ। ਇਸ ਵੇਲੇ ਮਹਾਰਾਜ ਨੇ ਉਚਾਰੇ ਆਓ ਪਿਆਰ ਦੇ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਵਈਆ ਪਾਤਸ਼ਾਹੀ ਤਸਵੀਰ। ਇੱਕ ਓੰਕਾਰ, ਇੱਕ ਜੋ ਅਦਵੈਤ ਰੂਪ ਵਾਹਿਗੁਰੂ। ਓੰਕਾਰ ਸਭਨਾ ਦੇ ਪ੍ਰਕਾਸ਼ਕ ਨੇ, ਸਵਈਆ ਇਸ਼ਾਂਦ ਦਾ ਨਾਮ, ਪਾਤਸ਼ਾਹੀ ਤਸਵੀਰ। ਪਾਤ ਨਾਮ ਤਖਤ ਦਾ, ਸ਼ਾਹੀ ਨਾਮ ਮਾਲਕੀ ਦਾ। ਗੁਰੂ ਨਾਨਕ ਸਾਹਿਬ ਦੇ ਪਾਵਨ ਤਖਤ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਦਸਵੇਂ ਗੁਰੂ ਨਾਨਕ ਦੇਵ ਸਾਹਿਬ ਗਰੀਬ ਨਵਾਜ, ਆਪ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਇਹ ਪਾਵਨ ਬਾਣੀ ਹੈ। ਜੋ ਕਿਛ ਲੇਖ ਲਿਖਿਓ ਬਿਦਨਾ ਸੋਈ ਪਾਇਤ ਮਿਤਰ ਜੁਸੋ ਕਨੇ ਵਾਰੋ। ਸਤਿਗੁਰੂ ਕਹਿੰਦੇ ਹੈ ਮਿਸ਼ਰ ਜੀ, ਜੋ ਕੁਝ ਵਿਧਾਤਾ ਨੇ ਸਾਡੇ ਮੱਥੇ ਤੇ ਲਿਖਿਆ ਹੁੰਦਾ ਨਾ, ਉਹੀ ਕੁਝ ਸਾਨੂੰ ਪ੍ਰਾਪਤ ਹੁੰਦਾ। ਮਿਲਦਾ ਉਹੀ ਹੈ ਜੋ ਭਾਗਾਂ ਦਾ ਹੁੰਦਾ। ਇਸ ਕਰਕੇ ਤੁਸੀਂ ਤਾਂ ਆਪ ਸਿਆਣੇ ਹੋ, ਵਿਦਵਾਨ ਹੋ, ਤੁਸੀਂ ਆਪਣੇ ਮਨ ਦਾ ਸ਼ੋਕ ਨਿਵਰਤ ਕਰਦੇ ਹੋ। ਜੇ ਨਹੀਂ ਕੁਝ ਪ੍ਰਾਪਤ ਹੋਇਆ ਤੇ ਉਹਦਾ ਸ਼ੋਕ ਨਹੀਂ ਕਰਨਾ ਚਾਹੀਦਾ, ਕਿਉਂਕਿ ਜੋ ਪ੍ਰਾਪਤ ਨਹੀਂ ਹੋਇਆ ਅਸਲ ਵਿੱਚ ਤੁਹਾਡੇ ਭਾਗਾਂ ਵਿੱਚ ਨਹੀਂ ਹੈ। ਮੇਰੋ ਕਛੂ ਅਪਰਾਧ ਨਹੀਂ ਗਇਓ, ਯਾਦ ਤੇ ਭੁੱਲ ਨਹੀਂ ਕੋ ਪਛਤਾਰੋ। ਸਤਿਗੁਰਾਂ ਨੇ ਕਿਹਾ ਸੀ ਵੀ ਅਸੀਂ ਵਸਤੂਆਂ ਤੇਰੇ ਘਰੇ ਭੇਜ ਦਿਆਂਗੇ, ਪਰ ਕੇਸਵ ਦਾਸ ਨੂੰ ਵਸਤੂਆਂ ਮਿਲੀਆਂ ਨਹੀਂ। ਪਾਤਸ਼ਾਹ ਕਹਿੰਦੇ ਇਹਦੇ ਵਿੱਚ ਨਾ ਮੇਰਾ ਕੋਈ ਅਪਰਾਧ ਨਹੀਂ, ਮੇਰੀ ਕੋਈ ਗਲਤੀ ਨਹੀਂ। ਮਿਸ਼ਰ ਜੀ ਗਇਓ ਯਾਦ ਤੇ ਭੂਲ ਨਹਿ ਕੋ ਪਛਤਾਰੋ। ਗੁੱਸੇ ਨਾਲ ਨਾ ਸਾਡੇ ਵੱਲ ਵੇਖੋ, ਸਾਨੂੰ ਯਾਦ ਵਿੱਚੋਂ ਭੁੱਲ ਗਿਆ ਸੀ ਵੀ ਅਸੀਂ ਤੁਹਾਨੂੰ ਕੁਝ ਵਸਤੂਆਂ ਭੇਜਣੀਆਂ ਨੇ ਕਿ ਸਾਨੂੰ ਖਿਆਲ ਨਹੀਂ ਰਹੀਆਂ, ਇਸ ਕਰਕੇ ਵੀ ਇਹਦੇ ਵਿੱਚ ਮੇਰੀ ਗਲਤੀ ਕੋਈ ਨਹੀਂ ਹੈ। ਬਾਗੋ ਨੇ ਹਾਥੀ ਪਠੈ ਤੋ ਅੱਜ ਬਲੇ ਤੁਮ ਕੋ ਨਹਿ ਜੀ ਤਾਰੋ। ਅੱਜ ਨਾ ਅਸੀਂ ਬਾਗੋ ਨਾਮ ਹੈ ਜੀ ਪੁਸ਼ਾਕ ਦਾ, ਸੋਹਣਾ ਪੁਸ਼ਾਕਾ ਤੁਹਾਡੇ ਲਈ ਭੇਜ ਦਿਆਂਗੇ ਤੇ ਲੈਣ ਵਾਸਤੇ ਸੋਹਣੀ ਰਜਾਈ ਬਸਤਰ ਜਿਹੜੇ ਨੇ ਉਹ ਤੁਹਾਡੇ ਲਈ ਭੇਜ ਦਿਆਂਗੇ। ਅੱਜ ਤੁਸੀਂ ਨਾ ਆਪਣੇ ਮਨ ਦੇ ਅੰਦਰ ਇਸ ਗੱਲ ਦਾ ਨਿਸ਼ਚਾ ਕਰ ਲਓ, ਇਹ ਵਸਤੂਆਂ ਤੁਹਾਨੂੰ ਅੱਜ ਜ਼ਰੂਰ ਮਿਲ ਜਾਣਗੀਆਂ। ਛਤਰੀ ਸਭੈ ਕ੍ਰਿਤ ਵਿਪਨ ਕੇ ਨਹੁ ਪੈ ਕਟਾਚ ਕਿਰਪਾ ਕੈਨੇ ਹਾਰੋ। ਸਤਿਗੁਰੂ ਕਹਿੰਦੇ ਜਿਹੜੇ ਛਤਰੀ ਨੇ ਨਾ, ਸੂਰਬੀਰ ਯੋਧੇ, ਕ੍ਰਿਤ, ਇਹਨਾਂ ਦਾ ਕੰਮ ਹੁੰਦਾ ਧਰਮ ਦੀ ਖਾਤਰ ਲੜਨਾ। ਇਹ ਜਿਹੜੇ ਮੇਰੇ ਸਿੱਖ ਸੇਵਕ ਨੇ ਨਾ, ਜਿੰਨੇ ਵੀ ਮੇਰਾ ਖਾਲਸਾ ਪੰਥ ਹੈ ਸਾਰਾ, ਇਹ ਸੂਰਬੀਰਾਂ ਦਾ ਪੰਥ ਹੈ। ਇਹਨਾਂ ਦਾ ਕੰਮ ਹੈ ਕਿ ਮੈਦਾਨੇ ਜੰਗ ਵਿੱਚ ਧਰਮ ਦੀ ਖਾਤਰ ਜੂਝਣਾ। ਤੇ ਇਹਨਾਂ ਉੱਪਰ ਕਿਰਪਾ ਦ੍ਰਿਸ਼ਟੀ ਨਾਲ ਵੇਖੋ, ਇਹਨਾਂ ਤੇ ਦਇਆ ਕਰੋ, ਗੁੱਸਾ ਨਾ ਕਰੋ। ਮਹਾਰਾਜ ਬੜੇ ਪਿਆਰ ਨਾਲ ਉਹਨੂੰ ਸਮਝਾ ਰਹੇ ਨੇ, ਇਹਨਾਂ ਵੱਲ ਕਿਰਪਾ ਦ੍ਰਿਸ਼ਟੀ ਕਰਕੇ ਵੇਖਣਾ ਕਰੋ। ਸਵਈਆ ਜੁਦ ਜੀਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੁਦਾਨ ਕਰੇ। ਪਾਤਸ਼ਾਹ ਜੀ ਕਹਿੰਦੇ ਨੇ ਮਿਸ਼ਰ ਜੀ, ਕੇਸਵ ਦਾਸ ਅਸੀਂ ਜੁੱਧ ਵੀ ਜਿੱਤੇ ਨੇ ਇਸ ਖਾਲਸੇ ਦੀ ਕਿਰਪਾ ਦੇ ਨਾਲ।
ਖਾਲਸੇ ਦੀ ਦਇਆ ਨਾਲ। ਜਦੋਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲਾ ਜੰਗ ਕੀਤਾ ਨਾ, ਤੇ ਪਹਿਲੇ ਖਾਨ ਨੂੰ ਬੜਾ ਮਾਣ ਹੋਇਆ ਵੀ ਮੇਰੇ ਕਰਕੇ ਜੰਗ ਜਿੱਤੇ। ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਫ ਕਰਨਾ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅਗਲਾ ਜੰਗ ਕਰਦੇ ਜੀ ਪਹਿਲੇ ਖਾਨ ਨੂੰ ਚੇਤੇ ਨਹੀਂ ਕੀਤਾ, ਮਹਾਰਾਜ ਯਾਦ ਹੀ ਨਹੀਂ ਕੀਤਾ, ਕਿਉਂਕਿ ਪਹਿਲੇ ਜੰਗ ਵਿੱਚ ਅਭਿਮਾਨ ਜਤਾਉਂਦਾ ਸੀ ਆਪਣਾ ਵੀ ਮੇਰੇ ਕਰਕੇ ਜਿੱਤੇ, ਮੈਂ ਨਾ ਹੁੰਦਾ ਤੇ ਸਿੱਖ ਜੰਗ ਨਾ ਜਿੱਤਦੇ। ਮਹਾਰਾਜ ਨੇ ਮੁੜ ਕੇ ਚੇਤੇ ਨਹੀਂ ਕੀਤਾ, ਕਹਿੰਦੇ ਖਾਨ ਜਦੋਂ ਜੰਗ ਹੋਇਆ ਦੂਸਰਾ ਤੇ ਕਹਿੰਦੇ ਖਾਨ ਮਹਾਰਾਜ ਯਾਦ ਕਰ ਲੈਣਾ ਸੀ, ਮੈਂ ਆ ਜਾਂਦਾ। ਪਾਤਸ਼ਾਹ ਕਹਿੰਦੇ ਸਾਨੂੰ ਤੇਰੀ ਲੋੜ ਨਹੀਂ, ਕਹਿੰਦੇ ਆ ਮੇਰੇ ਸਿੱਖ ਹੀ ਹੈ ਜੰਗ ਕਰਨ ਵਾਸਤੇ ਮੇਰੇ ਪਾਸ, ਮੈਨੂੰ ਜਦੋਂ ਲੋੜ ਹੋਏਗੀ ਮੈਂ ਤੈਨੂੰ ਯਾਦ ਕਰ ਲਵਾਂਗਾ, ਮੈਨੂੰ ਅਜੇ ਤੇਰੀ ਜ਼ਰੂਰਤ ਨਹੀਂ। ਉਸ ਤੋਂ ਬਾਅਦ ਮੇਰੇ ਪਾਤਸ਼ਾਹ ਨੇ ਪਹਿਲੇ ਨੂੰ ਜੰਗ ਵਿੱਚ ਸੱਦਿਆ ਨਹੀਂ, ਮੁੜ ਕੇ ਪਹਿਲਾਂ ਹੀ ਮਹਾਰਾਜ ਦੇ ਜੰਗ ਕਰਨ ਵਾਸਤੇ ਚੜ ਕੇ ਆ ਗਿਆ। ਸਤਿਗੁਰੂ ਕਹਿੰਦੇ ਜੇ ਮੈਂ ਯੁੱਧ ਜਿੱਤੇ ਨੇ ਨਾ ਤੇ ਖਾਲਸੇ ਦੀ ਕਿਰਪਾ ਨਾਲ ਜਿੱਤੇ ਨੇ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ, ਖਾਲਸੇ ਦੀ ਕਿਰਪਾ ਦੇ ਨਾਲ ਹੀ ਮੈਂ ਸਭ ਕੁਝ ਦਾਨ ਕੀਤਾ ਹੈ। ਅਗ ਓਗ ਡਰੇ ਇਨਹੀ ਕੇ ਪ੍ਰਸਾਦ, ਇਨਹੀ ਕੀ ਕਿਰਪਾ ਗੁਣ ਨਾਮ ਭਰੇ। ਅਗ ਓਗ ਹਰੇ, ਓਗ ਨਾਮ ਹੁੰਦਾ ਜੀ ਸਮੂਹ ਦਾ, ਅਗਨ ਓਗ ਹਰਦਾ ਜਾਪ ਸਾਹਿਬ ਵਿੱਚ ਬਚਨ ਆਉਂਦਾ ਜੀ, ਅਗਨ ਨਾਮ ਹੁੰਦਾ ਪਾਪ ਦਾ, ਓਗ ਨਾਮ ਹੁੰਦਾ ਸਮੂਹ ਦਾ। ਜਿਹੜੇ ਸਮੂਹ ਪਾਪ ਨੇ ਇਹ ਖਾਲਸੇ ਦੀ ਕਿਰਪਾ ਦੇ ਨਾਲ ਨਸ਼ਟ ਹੋ ਗਏ। ਜਦੋਂ ਦਇਆ ਕਰਕੇ ਖਾਲਸਾ ਕਿਸੇ ਪਰ ਦ੍ਰਿਸ਼ਟੀ ਪਾ ਦਿੰਦਾ ਹੈ, ਉਹਦੇ ਸਾਰੇ ਪਾਪ ਧੋਤੇ ਜਾਂਦੇ ਨੇ। ਜਦੋਂ ਜ਼ਕਰੀਆ ਖਾਨ ਨੂੰ ਬੰਨ ਪਿਆ ਨਾ, ਜਦੋਂ ਭਾਈ ਤਾਰੂ ਸਿੰਘ ਜੀ ਦਾ ਕੋਪਰ ਉਹਨੇ ਉਤਾਰਿਆ ਤੇ ਜ਼ਕਰੀਆ ਖਾਨ ਨੇ ਭਾਈ ਸਪੇਕ ਸਿੰਘ ਜੀ ਹਰਾਂ ਨੂੰ ਭੇਜਿਆ ਵੀ ਜਾਓ ਜਾ ਕੇ ਕਿ ਤੁਸੀਂ ਬੇਨਤੀ ਕਰੋ ਭਾਈ ਤਾਰੂ ਸਿੰਘ ਨੂੰ ਮੈਨੂੰ ਖਿਮਾ ਕਰ ਦੇਣ। ਭਾਈ ਤਾਰੂ ਸਿੰਘ ਜੀ ਦੇ ਪਾਸ ਜਦੋਂ ਸਿਫਾਰਿਸ਼ ਪਹੁੰਚੀ ਨਾ, ਭਾਈ ਸਪੇਕ ਸਿੰਘ ਜੀ ਕਹਿੰਦੇ ਜਿੰਨੇ ਕਦਮ ਚੱਲ ਕੇ ਆਏ ਹੋ ਨਾ, ਜੇ ਕਿਸੇ ਸਿੱਖ ਦੇ ਕਾਰਜ ਵਾਸਤੇ ਆਉਂਦੇ ਮੈਂ ਤੁਹਾਡੇ ਕਦਮ ਸਿਰ ਮੱਥੇ ਲੈ ਲੈਂਦਾ, ਤੁਸੀਂ ਦੁਸ਼ਟ ਜ਼ਕਰੀਆ ਖਾਨ ਦੀ ਸਿਫਾਰਿਸ਼ ਲੈ ਕੇ ਆਏ ਹੋ, ਇੱਥੇ ਨਹੀਂ ਪ੍ਰਵਾਨ ਹੋਣੀ। ਭਾਈ ਸਪੇਕ ਸਿੰਘ ਜੀ ਕਹਿੰਦੇ ਨਹੀਂ ਭਾਈ ਸਾਹਿਬ ਜੀ, ਮੈਂ ਸਿਫਾਰਿਸ਼ ਲੈ ਕੇ ਨਹੀਂ ਆਇਆ, ਉਹਨੇ ਜਿਹੜੇ ਬੋਲ ਜਿਸ ਤਰ੍ਹਾਂ ਬੋਲੇ ਮੈਂ ਤੁਹਾਨੂੰ ਉਹੀ ਸੁਣਾ ਦਿੱਤੇ ਨੇ, ਮੰਨਣਾ ਨਹੀਂ ਮੰਨਣਾ ਤੁਹਾਡੀ ਖੁਸ਼ੀ ਹੈ, ਮੈਂ ਉਹਦੀ ਸਿਫਾਰਿਸ਼ ਨਾਲ ਨਹੀਂ ਆਇਆ ਕਿ ਮੈਨੂੰ ਮਾਫ ਕਰ ਦਿਓ। ਤੇ ਕਹਿੰਦੇ ਜੀ ਜੇ ਇੱਕ ਬੇਨਤੀ ਕਰਾਂ ਵੀ ਜੇ ਮੈਂ ਖਾਲਸੇ ਕੋਲ ਜਾਵਾਂ, ਭਾਈ ਤਾਰੂ ਸਿੰਘ ਜੀ ਕਹਿੰਦੇ ਖਾਲਸੇ ਅੱਗੇ ਤਾਂ ਮੇਰਾ ਸੀਸ ਝੁਕਦਾ ਹੈ, ਖਾਲਸੇ ਅੱਗੇ ਮੇਰਾ ਸੀਸ ਝੁਕਦਾ ਹੈ। ਇਹ ਖਾਲਸਾ ਮੈਨੂੰ ਕਹਿ ਰਹੇ ਮੈਂ ਖਾਲਸੇ ਦਾ ਗਿਆਨੀ ਹੋਣਾ। ਫਿਰ ਭਾਈ ਸੁਰੇਖ ਸਿੰਘ ਜੀ ਖਾਲਸੇ ਪੰਥ ਦੇ ਕੋਲ ਆਏ ਜੀ, ਤੇ ਖਾਲਸੇ ਪੰਥ ਨੂੰ ਜਦੋਂ ਬੇਨਤੀ ਕੀਤੀ ਨਾ, ਤੇ ਖਾਲਸੇ ਨੇ ਪਹਿਲਾ ਵਚਨ ਇਹ ਕੀਤਾ, ਭਾਈ ਸੁਰੇਖ ਸਿੰਘ ਜੀ ਭਾਈ ਤਾਰੂ ਸਿੰਘ ਦੀ ਆਗਿਆ ਲਈ ਹੈ। ਭਾਈ ਤਾਰੂ ਸਿੰਘ ਨੂੰ ਪੁੱਛਿਆ ਤੁਸੀਂ ਇੱਥੇ ਆਉਣ ਤੋਂ ਪਹਿਲਾਂ? ਫਿਰ ਭਾਈ ਸੁਰੇਖ ਸਿੰਘ ਕਹਿੰਦੇ ਜੀ ਭਾਈ ਤਾਰੂ ਸਿੰਘ ਨੇ ਆਖਿਆ ਮੈਂ ਤਾਂ ਇੱਥੇ ਚੱਲ ਕੇ ਆਇਆ। ਕਹਿੰਦੇ ਫਿਰ ਜਾਓ ਜਾ ਕੇ ਭਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਆ ਖਾਨ ਦੇ ਸਿਰ ਤੇ ਮਾਰੋ। ਜੇ ਖਾਲਸਾ ਚਾਹੇ ਤੇ ਕੀ ਨਹੀਂ ਕਰ ਸਕਦਾ। ਖਾਲਸੇ ਨੇ ਹੁਕਮ ਕੀਤਾ ਜੀ, ਭਾਈ ਤਾਰੂ ਸਿੰਘ ਦੀ ਜੁੱਤੀ ਨਹੀਂ ਸੀ ਲੱਗੀ। ਭਾਈ ਰਤਨ ਸਿੰਘ ਭੰਗੂ ਗ੍ਰੰਥ ਪ੍ਰਕਾਸ਼ ਚ ਲਿਖ ਰਹੇ ਵੀ ਬਾਜ਼ਾਰੋਂ ਨਵੀਂ ਜੁੱਤੀ ਖਰੀਦ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਚ ਪਾ ਕੇ ਤੇ ਉਹ ਜੁੱਤੀ ਮੁੜ ਕੇ ਜ਼ਕਰੀਆ ਖਾਨ ਦੇ ਸਿਰ ਤੇ ਮਾਰੀ ਤੇ ਉਹਦਾ ਜਲੰਧਰ ਦਾ ਰੋਗ ਜਿਹੜਾ ਟੁੱਟ ਗਿਆ। ਪਰ 21ਵੇਂ ਦਿਨ ਜ਼ਕਰੀਆ ਖਾਨ ਦੁਨੀਆ ਤੋਂ ਚੱਲ ਪਿਆ। ਤੇ ਉਦੋਂ ਭਾਈ ਤਾਰੂ ਸਿੰਘ ਜੀ ਜਦੋਂ ਖੋਪਰ ਉਤਾਰਿਆ ਸੀ ਨਾ, ਉਹਨੇ ਆਖਿਆ ਸੀ ਗੁੱਸੇ ਵਿੱਚ, ਭਾਈ ਸਾਹਿਬ ਜੀ ਕਹਿੰਦੇ ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਡਿੱਬੇ, ਕਹਿੰਦਾ ਮੈਂ ਤੇਰੇ ਕੇਸ ਲਾ ਦਿਆਂਗਾ ਜੁੱਤੀ ਦੇ ਨਾਲ। ਸ਼ਬਦ ਉਹਨੇ ਵਰਤਿਆ ਕਿ ਜ਼ਕਰੀਆ ਖਾਨ ਨੇ। ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਜਦੋਂ ਇੰਨੀ ਸ਼ਬਦਾਵਲੀ ਵਰਤੀ ਤੇ ਭਾਈ ਤਾਰੂ ਸਿੰਘ ਨੂੰ ਰੋਹ ਆ ਗਿਆ। ਆਖਣ ਲੱਗੇ ਕਿ ਜਿਸ ਜੁੱਤੀ ਨਾਲ ਮੇਰੇ ਕੇਸ ਉਤਾਰਨਾ ਚਾਹੁੰਦਾ ਹੈ, ਇਹ ਜ਼ਕਰੀਆ ਖਾਨ ਉਸ ਜੁੱਤੀ ਦੇ ਮੂਹਰੇ ਲਾ ਕੇ ਤੈਨੂੰ ਲੈ ਕੇ ਜਾਵਾਂਗਾ ਦੁਨੀਆ ਤੋਂ। ਭਾਈ ਤਾਰੂ ਸਿੰਘ ਦੇ ਕੇਸ ਤਾਂ ਨਹੀਂ ਉਤਰੇ, ਤਾਰਾਂ ਬਣ ਗਈਆਂ ਤੇ ਖੋਪਰ ਲਾਣਾ ਪਿਆ, ਪਰ ਭਾਈ ਤਾਰੂ ਸਿੰਘ ਜੀ ਜੁੱਤੀ ਦੀ ਨੋਕ ਦੇ ਮੂਹਰੇ ਜ਼ਕਰੀਆ ਖਾਨ ਨੂੰ ਲਾ ਕੇ ਇਸ ਦੁਨੀਆ ਤੋਂ ਲੈ ਕੇ ਗਏ ਜੀ। 21 ਦਿਨ ਜੁੱਤੀ ਸਿਰ ਤੇ ਵੱਜੀ ਉਹਦੇ, ਉਹਦੀ ਮੌਤ ਇਸੇ ਤਰ੍ਹਾਂ ਹੋ ਗਈ, ਸਿਰ ਪੋਲਾ ਹੋ ਗਿਆ ਜ਼ਕਰੀਆ ਖਾਨ। ਇਸ ਕਰਕੇ ਖਾਲਸਾ ਇਹੋ ਜਿਹਾ ਕਿਰਪਾਲੂ ਦਇਆ ਵੀ ਕਰ ਦਿੰਦਾ ਹੈ।
अगोग करे इन्हीं के प्रसाद कीते हुए समूह पाप खालसे की कृपा नाल साडे नष्ट हो गए। इन्हीं की कृपा फल धाम भरे। इन्हां की कृपा दे नाल ही फिर साडे घर दुनिया दे पदार्थां नाल भरे हुए हन। इन्हीं के प्रसाद सो विद्या धरी, इन्हीं की कृपा सब शत्रु मरे। इन्हां की कृपा दे नाल ਅਸੀਂ हर प्रकार की विद्या प्राप्त कीती है। कलगीधर जी कहंदे इसे ही खालसे की कृपा दे नाल साडे जिन्ने शत्रु दुश्मन सन वो मारे गए हन। इन्हीं की कृपा के सजे हम हैं, नहीं मोसे गरीब करोड़ परे। इसे ही खालसे की कृपा दे सजाए हुए ਅਸੀਂ सजे हुए नहीं ਤਾਂ ਮੇਰੇ ਵਰਗੇ ਕਰੋੜਾਂ ਗਰੀਬ ਸੰਸਾਰ ਦੇ ਵਿੱਚ ਰੁਲਦੇ ਪਏ ਨੇ। ਸਤਿਗੁਰੂ ਕਲਗੀਧਰ ਜੀ ਕਹਿੰਦੇ ਜੇ ਮੈਂ ਸਜਿਆ ਹਾਂ ਇਹ ਖਾਲਸੇ ਦੀ ਕਿਰਪਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾਸ ਨੇ ਇੱਕ ਦਿਨ ਪਹਿਲਾਂ ਵੀ ਜ਼ਿਕਰ ਕੀਤਾ ਸੀ ਜਦੋਂ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ। ਵਿਸਾਖੀ ਆ ਰਹੀ ਸੀ 13 ਅਪ੍ਰੈਲ ਨੂੰ। जिस दिन खंडे बाटे की पौल तैयार की ते 5 सिरां की मंग की महाराज 10वें पातशाह। पहला कहते मैनू एक सीस चाहिए। भाई दयाराम जी ने सीस भेंट किया, भाई धर्मचंद जी ने सीस भेंट किया। बारी बारी 5 प्यारे उठे उन्हें अपना सीस भेंट किया। गुरु गोबिंद सिंह साहिब सच्चे पातशाह सतगुरु कलगीधर जी बैठे हुए वीर आसन डाल के सरबलोह दा बाटा खंडा। अज तां आपां छोटा जिहा खंडा वरतदे हां, जिहड़े खंडे नाल अमृत तैयार कीता सी अज भी मौजूद है। वो खंडा करीबन 3.5 फुट दा है। जिस खंडे नाल अमृत तैयार कीता सी नाले वो खंडा तिखा है, उसदी धार बड़ी तिखी है। अज जिहड़ा असीं अमृत तैयार करदे हां खुंडे खंडे दे नाल, खालसा खंडे दी धार दे विचों पैदा होया है। ते जे धारी खूंडी होई ते फिर असीं साडे वर्गे खूंडे ही पैदा होने विचों। जेड़ा खंडा महाराज कलगीधर जी ने वरतिया सी 2 धारी खंडा सी ते तिखा खंडा जदों फेरिया विच ते 5 बाणियां दे पार दे नाल सतगुरां ने जदों पतासे पा के खंडे बाटे दी पौहल तैयार कीती ना ते 5 प्यारियां दे शीश अपनी आत्मक शक्ति नाल जोड़ के नीले पानी पहना खालसा पंथ सजाया। महाराज ने अमृत पान कराया ते उत्थे फिर आप हाथ जोड़ के खलो गए। वाहो वाहो गोबिंद सिंह आपे गुर चेला। हाथ जोड़ के खलोते ने मैनू भी अमृत पान करा दो। भाई दया सिंह जी कहते महाराज असी सीस दे के अमृत पान कीता है, उसी बदले च की दिओगे? उथे कदीम ने बड़े सोहने बचन लिखे, दाम तो ना दे सकूं भेटा मंजूर करो, सुनो दया सिंह जो जो भेंट मैं चढ़ाऊंगा। मैं अमृत की कीमत तो नहीं दे सकता भाई दया सिंह जी, पर सुनो जेड़ी जेड़ी भेटा मैं खालसे पंथ नूं अर्पण करांगा। पिता वार दिता मैं अपना, समा आवेगा अपने पुत्र फरजंद भी बार देंगा। 2 चमकौर की गड़ी अंदर ते 2 सरहद दियां नीहां विच ते नाल मैं अपनी माता नूं बार देंगा। समा आवेगा मैं अपना आप अपने पंथ तो वार देंगा। मैं अपना सारा सरबंस अपने पंथ तो वार देंगा। फिर भी कलगीधर जी कहते मैं कीमत नहीं दे सकता भाई दया सिंह, कृपा करो मैनू खंडे बाटे दी पौल छकाओ, मैनू सिंह सिखाओ। ते वेखो जी दुनिया दे विच कोई भी गुरु चेले कोलों प्रदक्षिणा नहीं लैंदा, पर अज गुरु गोबिंद सिंह साहब जी महाराज वीर आसन ला के बह के 5 प्यारियां कोलों खंडे बाटे दी पौल आप छकदे ने। इसे करके भाई गुरदास सिंह जी कहंदे वाहो वाहो गोबिंद सिंह आपे गुर चेला। ये कोई आश्चर्य रीत नहीं सी, क्यों? ये रीत पहले जामे तो ही शुरू हो गई सी। जदों चेला तख्त ते बैठा ते गुरु अंगद देव महाराज नूं गुरु बना के गुरु नानक साहब जी चेले बन के मत्था टेकदे ने। आपे गुर चेला है आपे, आपे हर प्रभ चोज वडानी। ये बचन गुरु ग्रंथ साहब जी की बाणी का चेला भी आप है ते गुरु भी आप है। उल्टी गंग बहाए, उल्टी गंगा बहा दी।
ਚੇਲੇ ਦੇ ਪੈਰ ਤੇ ਕੋਈ ਮੱਥਾ ਨਹੀਂ ਟੇਕਦਾ, ਭਾਵੇਂ ਚੇਲੇ ਨੂੰ ਕੋਈ ਗੁਰੂ ਵੀ ਬਣਾ ਦੇ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਅਸਥਾਨ ਤੇ ਆਪਣੇ ਸੇਵਕ ਨੂੰ ਬਿਠਾ ਆਪ ਉਹਨਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਇਹ ਮਰਿਆਦਾ ਪਹਿਲੇ ਜਾਮੇ ਤੋਂ ਸ਼ੁਰੂ ਹੋਈ। ਕਲਗੀਧਰ ਜੀ ਕਹਿੰਦੇ ਕਿ ਇਹਨਾਂ ਦੀ ਕਿਰਪਾ ਨਾਲ ਮੈਂ ਸੜਿਆ, ਨਹੀਂ ਤਾਂ ਮੇਰੇ ਵਰਗੇ ਕਹਿੰਦੇ ਕਰੋੜਾਂ ਗਰੀਬ ਇਸ ਸੰਸਾਰ ਦੇ ਵਿੱਚ ਪਏ ਰੁਲਦੇ ਹਨ। ਸਵਈਆ ਸੇਵਕ ਰੀ ਨਦੀ ਕੀ ਪਾਵਤ ਔਰ ਕੀ ਸੇਵ ਸੁਹਾਦਨ ਜੀ ਕੋ। ਸਤਿਗੁਰੂ ਜੀ ਕਹਿੰਦੇ ਮਿਸ਼ਰ ਜੀ, ਇਹਨਾਂ ਦੀ ਸੇਵਾ ਕਰਨੀ ਮੈਨੂੰ ਭਾਉਂਦੀ ਹੈ, ਚੰਗੀ ਲੱਗਦੀ, ਹੋਰ ਕਿਸੇ ਦੀ ਸੇਵਾ ਕਰਨੀ ਮੈਨੂੰ ਭਾਉਂਦੀ ਚੰਗੀ ਨਹੀਂ ਲੱਗਦੀ। ਇਸ ਕਰਕੇ ਸੇਵਾ ਕਰੀਏ ਪਹਿਲਾਂ ਗੁਰੂ ਕੇ ਖਾਲਸੇ ਦੀ ਕੀਤੀ ਹੋਈ ਸੇਵਾ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ। ਦਾਨ ਦਿਓ ਇਨ ਹੀ ਕੋ ਪਲੋ ਔਰ ਆਨ ਕੋ ਦਾਨ ਨ ਲਾਗਤ ਰੀ ਕੋ। ਦਾਨ ਦਿੱਤਾ ਹੋਇਆ ਮੇਰੇ ਖਾਲਸੇ ਨੂੰ ਚੰਗਾ ਹੈ, ਹੋਰ ਕਿਸੇ ਨੂੰ ਦਿੱਤਾ ਹੋਇਆ ਦਾਨ ਵੀ ਚੰਗਾ ਹੈ। ਮੈਨੂੰ ਨਹੀਂ ਪਾਉਂਦਾ, ਭਾਵੇਂ ਹੋਰ ਜਾ ਕੇ ਮੈਨੂੰ ਮਰਜ਼ੀ ਦਾਨ ਦਿੰਦੇ ਫਿਰਿਓ, ਜੇ ਮੇਰੇ ਖਾਲਸੇ ਨੂੰ ਦਾਨ ਨਹੀਂ ਦਿਓਗੇ ਉਹ ਦਾਨ ਮੈਨੂੰ ਚੰਗਾ ਨਹੀਂ ਲੱਗੇਗਾ, ਮੈਨੂੰ ਭਾਵੇਗਾ ਨਹੀਂ। ਆਗੇ ਫਲ ਇਨ ਹੀ ਕੋ ਦਇਓ ਜਾਗ ਮੈਂ ਜਸ ਔਰ ਦਿਓ ਸਭ ਫਿਕੋ। ਸਤਿਗੁਰੂ ਜੀ ਕਹਿੰਦੇ ਨੇ ਜੇ ਮੇਰੇ ਖਾਲਸੇ ਨੂੰ ਦਾਨ ਦਿਓਗੇ, ਅੱਗੇ ਦਰਗਾਹ ਵਿੱਚ ਜਾ ਕੇ ਤੁਹਾਡਾ ਦਿੱਤਾ ਹੋਇਆ ਦਾਨ ਫੜੇਗਾ, ਜਗਤ ਵਿੱਚ ਤੁਹਾਡਾ ਜਸ ਹੋਵੇਗਾ। ਪਰ ਜੇ ਮੇਰੇ ਖਾਲਸੇ ਨੂੰ ਨਾ ਕੁਝ ਦਿਓਗੇ, ਹੋਰਾਂ ਪਾਸੇ ਜਾ ਕੇ ਤੁਸੀਂ ਮਾਇਆ ਖਰਚ ਕਰੋਗੇ, ਖਾਲਸੇ ਦੀ ਸੇਵਾ ਤੋਂ ਬਿਨਾਂ ਤੁਹਾਡਾ ਸਾਰਾ ਕੁਝ ਫਿੱਕਾ ਹੈ। ਮੋਹ ਗ੍ਰਹਿ ਮੈਂ ਤਨ ਦੇ ਮਨ ਦੇ ਸਿਰੋ ਤਨ ਹੈ ਸਭ ਇਨ ਹੀ ਕੋ। ਸਤਿਗੁਰੂ ਕਹਿੰਦੇ ਮੋਹ ਗ੍ਰਹਿ ਮੈਂ ਮੇਰੇ ਘਰ ਵਿੱਚ ਤਨ ਦੇ ਮਨ ਤੇ, ਤਨ ਤੋਂ ਲੈ ਕੇ ਮਨ ਤੋਂ ਲੈ ਕੇ ਸਿਰ ਲਾਓ, ਸਿਰ ਤਾਈਂ ਧਨ ਮੇਰੇ ਘਰ ਵਿੱਚ ਜਿੰਨੀ ਵੀ ਮਾਇਆ ਸਭ ਹੀ ਇਨ ਹੀ ਕੋ, ਸਾਰਾ ਕੁਝ ਇਹਨਾਂ ਦਾ ਹੈ। ਸਮਾਂ ਵੈਸੇ ਕਰੀਬਨ ਉੱਪਰ ਹੋ ਚੁੱਕਿਆ, 6:30 ਸਮਾਪਤੀ ਹੋਣੀ ਸੀ, ਪਰ ਖੈਰ ਕੋਈ ਨਹੀਂ, ਕਿਹੜਾ ਸਮਾਂ ਆਪਾਂ ਨੂੰ ਰੋਜ਼-ਰੋਜ਼ ਮਿਲਦਾ ਹੈ। ਘਰ ਪਰਿਵਾਰ ਵਿੱਚ ਬੈਠਣ ਦਾ ਸਮਾਂ ਰੋਜ਼ ਹੀ ਮਿਲਦਾ ਹੈ, ਪ੍ਰਸ਼ਾਦੇ ਰੋਜ਼ ਹੀ ਛਕਦੇ ਆ। ਇਹ ਸੰਗਤ ਕਦੇ ਕਦਾਈ ਵੱਡੇ ਭਾਗਾਂ ਨਾਲ ਮਿਲਦੀ ਹੁੰਦੀ ਹੈ। ਸਾਧ ਸੰਗਤ ਜੀ, ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ ਜਿੰਨਾ ਖਜ਼ਾਨਾ ਸੀ ਸ੍ਰੀ ਪਟਨਾ ਸਾਹਿਬ ਹੁੰਦਾ ਸੀ। ਖਾਲਸੇ ਦਾ ਸਾਰਾ ਖਜ਼ਾਨਾ ਉੱਥੇ ਜਮ੍ਹਾਂ ਹੁੰਦਾ ਸੀ, ਜਿੰਨੀ ਵੀ ਮਾਇਆ ਹੁੰਦੀ ਸੀ ਸਥਾਨਾਂ ਦੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਖਾਲਸੇ ਪੰਥ ਨਾਲੋਂ ਵੱਖਰੇ ਹੋਏ, ਤਦ ਖਾਲਸਾ ਬੰਦਾ ਹੀ ਖਾਲਸੇ ਦੋ ਬਣ ਗਏ ਤੇ ਤਦ ਖਾਲਸੇ ਦੇ ਉੱਪਰ ਉਸ ਸਮੇਂ ਇੰਨੀ ਭੀੜ ਸੀ ਵੀ ਖਰਚਾ ਵੀ ਨਹੀਂ ਸੀ ਚੱਲਦਾ। ਫਿਰ ਮਾਤਾ ਸੁੰਦਰੀ ਜੀ ਨੇ ਖਾਲਸੇ ਨੂੰ ਹੁਕਮਨਾਮਾ ਲਿਖਿਆ, ਖਾਲਸਿਓ ਤੁਸੀਂ ਗੁਰੂ ਕੇ ਪੁੱਤਰ ਹੋ ਤੇ ਜੋ ਕੁਝ ਗੁਰੂ ਦਾ ਹੈ ਮੇਰੇ ਖਾਲਸੇ ਦਾ। ਅੱਜ ਤੋਂ ਬਾਅਦ ਜਿਤਨਾ ਵੀ ਧਨ ਹੋਵੇਗਾ, ਜਿਤਨੀ ਮਾਇਆ ਹੋਵੇਗੀ, ਗੁਰੂ ਦਾ ਖਾਲਸਾ ਵਰਤੇਗਾ। ਤੇ ਪਟਨਾ ਸਾਹਿਬ ਜਿੰਨਾ ਵੀ ਖਜ਼ਾਨਾ, ਸਾਰਾ ਖਜ਼ਾਨਾ ਮੰਗਾਓ ਤੇ ਉਸ ਖਜ਼ਾਨੇ ਦੀ ਵਰਤੋਂ ਕਰੋ। ਮਾਤਾ ਸੁੰਦਰੀ ਜੀ ਨੇ ਇਸ ਤਰ੍ਹਾਂ ਜਦੋਂ ਹੁਕਮਨਾਮਾ ਜਾਰੀ ਕੀਤਾ, ਉਸ ਤੋਂ ਬਾਅਦ ਪਟਨਾ ਸਾਹਿਬ ਦਾ ਜਿੰਨਾ ਵੀ ਖਜ਼ਾਨਾ ਸੀ ਉਹ ਖਾਲਸੇ ਪੰਥ ਨੇ ਵਰਤੋਂ ਵਿੱਚ ਲਿਆਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੇਰੇ ਕੋਲ ਜਿੰਨਾ ਧਨ ਹੈ ਸਾਰਾ ਖਾਲਸੇ ਦਾ ਹੈ, ਮੇਰੇ ਪੰਥ ਦਾ ਹੈ। ਮੇਰੇ ਘਰ ਵਿੱਚ ਮੇਰੇ ਤਨ ਤੋਂ ਲੈ ਕੇ, ਮੇਰੇ ਮਨ ਤੋਂ ਲੈ ਕੇ, ਮੇਰੇ ਸਿਰ ਤਾਈਂ ਤੇ ਮੇਰੇ ਘਰ ਵਿੱਚ ਜਿੰਨਾ ਧਨ ਸਾਰਾ ਕੁਝ ਹੀ ਮੇਰੇ ਖਾਲਸੇ ਦਾ ਹੈ। ਦੁਆਰਾ ਚੱਟ ਪਟਾਏ ਚਿਤ ਮੈਂ ਧਰਿਓ ਤ੍ਰਿਜ ਕ੍ਰੁੱਧ ਹੋਏ। ਕਲਗੀਧਰ ਜੀ ਦੇ ਬਚਨ ਸੁਣ ਕੇ ਘਬਰਾ ਗਿਆ ਕੇਸਵਦਾਸ, ਅੰਦਰ ਕ੍ਰੋਧ ਵੀ ਬੜਾ ਪੈਦਾ ਹੋਇਆ। ਕਿਵੇਂ ਕ੍ਰੋਧ ਪੈਦਾ ਹੋਇਆ? ਮਹਾਰਾਜ ਜੀ ਕਹਿੰਦੇ ਜਿਵੇਂ ਤੀਲੇ ਨੂੰ ਅੱਗ ਲੱਗ ਜਾਂਦੀ ਹੈ ਨਾ ਤੇ ਤੀਲਾ ਝੱਟ ਸੜ ਜਾਂਦਾ ਹੈ, ਇਸ ਤਰ੍ਹਾਂ ਅੰਦਰ ਕ੍ਰੋਧ ਪੈਦਾ ਹੋਇਆ ਤੇ ਕ੍ਰੋਧ ਦੇ ਨਾਲ ਕੇਸਵਦਾਸ ਅੰਦਰੋਂ ਸੜ ਗਿਆ ਹੈ। ਖੋਜ ਰੋਜ ਕੇ ਹਿਤ ਲਗ ਦਿਓ ਕਿਸਰ ਜੂ ਰੋਏ। ਸਤਿਗੁਰੂ ਜੀ ਕਹਿੰਦੇ ਰੋਜੀ ਰੋਟੀ ਦੇ ਖੋਜ ਦੇ ਵਾਸਤੇ ਕਹਿੰਦੇ ਮਿਸ਼ਰ ਜੀ ਤੁਰ ਪਏ ਤੇ ਨਾਲੇ ਰੋਂਦੇ ਨੇ ਵੀ ਮਿਲਿਆ ਕੁਝ ਨਹੀਂ, ਪ੍ਰਾਪਤ ਕੁਝ ਨਹੀਂ ਹੋਇਆ। ਤੇ ਕਲਗੀਧਰ ਜੀ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ, ਮਿਸ਼ਰ ਜੀ ਜੋ ਕਿਛ ਲੇਖ ਲਿਖਿਓ ਬਿਦ ਨਾ ਸੋਈ ਪਾਈਏ ਤੇ ਮਿਸ਼ਰ ਜੀ ਸੋਗ ਮਿਲਦਾ ਤਾਂ ਉਹੀ ਹੈ ਜੋ ਕੋਈ ਭਾਗਾਂ ਦੇ ਵਿੱਚ ਹੁੰਦਾ ਹੈ।
ਮੇਰੇ ਪਾਤਸ਼ਾਹ ਕਿਰਪਾ ਕਰਨ ਦੀ ਇਹ ਖਾਲਸੇ ਦੀ ਮਹਿਮਾ ਹੈ। ਇੱਕ ਖਾਲਸੇ ਦੀ ਮਹਿਮਾ ਸ੍ਰੀ ਦਸਮ ਦੀ ਬਾਣੀ ਦੇ ਵਿੱਚ ਆਉਂਦੀ ਹੈ ਜੀ। ਇੱਕ ਖਾਲਸੇ ਦੀ ਮਹਿਮਾ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਸ੍ਰੀ ਸਰਬਲੋਕ ਗ੍ਰੰਥ ਲਿਖਿਆ, ਇੱਕ ਖਾਲਸਾ ਮਹਿਮਾ ਉਹਦੇ ਵਿੱਚ ਜਿਹੜਾ ਬਚਨ ਤੁਸੀਂ ਪੜ੍ਹਦੇ ਹੋ, ਖਾਲਸਾ ਸੋ ਜੋ ਚੜ੍ਹੈ ਤੁਰੰਗ, ਖਾਲਸਾ ਸੋ ਜੋ ਕਰੈ ਨਿਤ ਜੰਗ, ਜਾਂ ਇਹ ਸਾਰੇ ਬਚਨ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਇਹ ਸਾਰੀ ਸਰਬਲੋਕ ਦੀ ਬਾਣੀ ਹੈ ਜਿਹੜਾ ਪਾਵਨ ਗ੍ਰੰਥ ਮਹਾਰਾਜ ਨੇ ਸ੍ਰੀ ਹਜੂਰ ਸਾਹਿਬ ਲਿਖਿਆ ਸੀਗਾ। ਅਜੇ ਤਾਂ ਅਸੀਂ ਦਸਮ ਨਹੀਂ ਪੜ੍ਹਿਆ, ਖੈਰ ਸਰਬਲੋਕ ਕੀ ਪੜ੍ਹਦਾ ਜੇ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸਮਝ ਨਹੀਂ ਆਇਆ। ਬਾਕੀ ਗੱਲਾਂ ਤੇ ਬ੍ਰਹਮ ਦੀਆਂ ਬੜੀ ਦੂਰ ਦੀਆਂ ਗੱਲਾਂ ਨੇ। ਖੈਰ ਇਹ ਖਾਲਸੇ ਦਾ ਖਜ਼ਾਨਾ ਹੈ, ਖਾਲਸਾ ਪੜ੍ਹਦਾ ਆਇਆ ਤੇ ਖਾਲਸਾ ਪੜ੍ਹਦਾ ਹੀ ਰਹੇਗਾ। ਸਤਿਗੁਰੂ ਦੀ ਕਿਰਪਾ ਕਰਨ ਮਹਾਰਾਜ ਦਾ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਆਵਸੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਸਤਿਗੁਰਾਂ ਨੇ ਕਿਰਪਾ ਕੀਤੀ ਜੀ, ਅੱਜ 7ਵਾਂ ਦੀਵਾਨ ਸੀ, ਸੰਪੂਰਨਤਾ ਹੋਈ ਇੱਕ ਹਫ਼ਤੇ ਦੇ ਦੀਵਾਨ। ਇੱਥੋਂ ਦੀਆਂ ਸਾਰੀਆਂ ਸੰਗਤਾਂ, ਨੌਜਵਾਨ ਸਭਾ, ਗੁਰੂ ਘਰ ਦੇ ਜਿੰਨੇ ਵੀ ਪ੍ਰੇਮੀ ਗੁਰਸਿੱਖ ਪਿਆਰੇ, ਉਹਨਾਂ ਵੱਲੋਂ ਉਦਮ ਕਰਕੇ ਇਹ ਦੀਵਾਨ ਸਜਾਏ ਗਏ ਸਨ। ਤੇ ਸੰਗਤਾਂ ਦਾ ਹੁਕਮ ਹੋਇਆ ਸੀ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਦੀ ਕਥਾ ਸਰਵਣ ਕਰਨੀ ਹੈ। ਤੇ ਫਿਰ ਫੁਰਨਾ ਹੋਇਆ ਵੀ 33 ਸਵਈਆਂ ਦੀ ਬਾਣੀ ਜਿਹੜੀ ਉਹ ਆਪ ਜੀ ਨਾਲ ਸਾਂਝੀ ਕੀਤੀ ਜਾਏ। ਸਤਿਗੁਰੂ ਕਲਗੀਧਰ ਜੀ ਦੀ ਕਿਰਪਾ ਸਦਕਾ ਸੰਪੂਰਨਤਾ ਹੋਈ ਹੈ ਜੀ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ। ਜਿਹੜੇ ਬਚਨ ਚੰਗੇ ਲੱਗੇ ਹੋਣ ਆਪਣੀ ਝੋਲੀ ਪਾ ਲੈਣਾ, ਤੇ ਕੀਤੀਆਂ ਸਾਡੀਆਂ ਗਲਤੀਆਂ ਸਾਡੀ ਝੋਲੀ 'ਚ ਪਾ ਲੈਣਾ, ਤਾਂ ਕਿ ਅਸੀਂ ਵੀ ਕੋਈ ਅੱਗੋਂ ਸਿੱਖਿਆ ਪ੍ਰਾਪਤ ਕਰ ਸਕੀਏ ਆਪ ਜੀ ਦੇ ਚਰਨਾਂ ਦੇ ਵਿੱਚੋਂ। ਸਾਰੀਆਂ ਸੰਗਤਾਂ ਦਾ, ਜਿੰਨੇ ਵੀ ਨੌਜਵਾਨ ਵੀਰ ਗੁਰੂ ਘਰ ਦੀ ਸੇਵਾ ਕਰਦੇ ਨੇ, ਸਾਰਿਆਂ ਦਾ ਹਾਰਦਿਕ ਧੰਨਵਾਦ। ਸਭਨਾਂ ਦਾ ਪਾਤਸ਼ਾਹ ਜੀ ਗਾਵਿਆ ਸੁਣਿਆ ਆਇਆ ਹੋਇਆ ਖਾਈ ਪਾਉਣ ਅਸੀਸ ਦੇਣੀ। ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸੇਵਾ ਕਰਦੇ ਰਹੀਏ ਜੀ। ਹਾਂਜੀ ਦੋਹਰਾ ਚੜ ਪਟਾਏ ਚਿਤ ਮੈਂ ਚਲਿਓ, ਤ੍ਰਿਣ ਜੋ ਕ੍ਰੁੱਧਤ ਹੋਏ, ਖੋਜ ਰੋਜ ਕੇ ਹੇਤ ਲਗ ਦਇਓ ਬਿਸਰ ਜੂ ਰੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ